ਬਿਲਾਵਲ ਮਹਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਗੁਰਬਾਣੀ ਦੀ ਰਚਨਾ ਹੈ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ੋ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਜਿਨ ਤੂੰ ਬੰਦ ਕਰ ਛੋੜਿਆ, ਇਹ ਜੀਵ ਜਿਸ ਪਰਮੇਸ਼ਰ ਨੇ ਤੈਨੂੰ ਮਾਤਾ ਦੇ ਗਰਭ ਦੇ ਵਿੱਚ ਬੰਨ ਕਰਕੇ ਛੱਡਿਆ ਹੈ, ਭਾਵ 9 ਮਹੀਨੇ ਦਾ ਨਿਯਮ ਬੰਨ ਕੇ ਤੈਨੂੰ ਗਰਭ ਦੇ ਵਿੱਚੋਂ ਬਾਹਰ ਕੱਢਣਾ ਕੀਤਾ ਹੈ। ਫੁਨ ਸੁਖ ਮਹਿ ਪਾਇਆ, ਫਿਰ ਬੌੜੋਂ ਮਾਤਾ ਪਿਤਾ ਦੀ ਗੋਦ ਜਾਂ ਜਗਤ ਦੇ ਸੁੱਖਾਂ ਦੇ ਵਿੱਚ ਪਾਉਣਾ ਕੀਤਾ ਹੈ। ਇਸੇ ਪ੍ਰਕਾਰ ਫੁਨ ਸੁਖ ਮਹਿ ਪਾਇਆ, ਜਗਤ ਦੇ ਸੁੱਖਾਂ ਦੇ ਵਿੱਚ ਪਾਉਣਾ ਕੀਤਾ ਹੈ। ਇਸੇ ਪ੍ਰਕਾਰ ਜਿਨ ਤੂੰ ਬੰਦ ਕਰ ਛੋੜਿਆ, ਜਿਸ ਵਾਹਿਗੁਰੂ ਨੇ ਤੈਨੂੰ ਅਹੰਗਤਾ ਮਮਤਾ ਦੇ ਬੰਧਨਾਂ ਤੋਂ ਛਡਾਉਣਾ ਕੀਤਾ ਹੈ। ਫੁਨ ਸੁਖ ਮਹਿ ਪਾਇਆ, ਅਤੇ ਫਿਰ ਬੌੜੋਂ ਸਾਧ ਸੰਗਤ ਦੁਆਰਾ ਤੈਨੂੰ ਸੁਖ ਸਰੂਪ ਦੇ ਵਿੱਚ ਪਾਉਣਾ ਕੀਤਾ ਹੈ। ਸਦਾ ਸਿਮਰ ਚਰਨਾਰ ਬਿੰਦ, ਇਹ ਜੀਵ ਉਸ ਪਰਮੇਸ਼ਰ ਦੇ ਚਰਨ ਕਮਲਾਂ ਨੂੰ ਤੂੰ ਹਮੇਸ਼ਾ ਯਾਦ ਕਰ। ਸੀਤਲ ਹੋਤਾਇਆ, ਇੰਜ ਤੇਰੀ ਤ੍ਰਿਸ਼ਨਾ ਦੀ ਜਿਹੜੀ ਹੁਤਾਸਨ ਭਾਵ ਅਗਨੀ ਹੈ ਇਹ ਠੰਡੀ ਹੋ ਜਾਵੇਗੀ, ਜਾਂ ਤੇਰਾ ਮਨ ਕ੍ਰੋਧ ਆਦਿਕ ਵਿਕਾਰਾਂ ਦਾ ਜੋ ਤਪਾਇਆ ਹੋਇਆ ਇਹ ਠੰਡਾ ਠਾਰ ਹੋ ਜਾਵੇਗਾ। ਜੀਵਤਿਆ ਅਥਵਾ ਮੋਇਆ, ਜਿਉਂਦਿਆਂ ਜਾਂ ਮਰੇ ਹੋਇਆ ਕਿਛ ਕਾਮ ਨਾ ਆਵੇ, ਦੁਨੀਆ ਦੇ ਪਦਾਰਥ ਕੁਝ ਵੀ ਕੰਮ ਨਹੀਂ ਆਉਂਦੇ ਹਨ। ਜਿਨ ਇਹੋ ਰਚਨ ਰਚਾਇਆ, ਇਹ ਜੀਵ ਜਿਸ ਪਰਮੇਸ਼ਰ ਨੇ ਇਹ ਸਾਰੀ ਰਚਨਾ ਸ੍ਰਿਸ਼ਟੀ ਨੂੰ ਰਚਾਉਣਾ ਬਣਾਉਣਾ ਕੀਤਾ ਹੈ, ਕੋ ਤਿਸ ਸਿਉ ਰੰਗ ਲਾਵੇ, ਕੋਈ ਤਿਸ ਪਰਮੇਸ਼ਰ ਦੇ ਨਾਲ ਪ੍ਰੇਮ ਲਾਉਣਾ ਕਰੇ, ਜਾਂ ਕੋਈ ਵਿਰਲਾ ਹੀ ਉਸ ਨਾਲ ਪ੍ਰੇਮ ਲਾਉਣਾ ਕਰਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ, ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ, ਹੇ ਪ੍ਰਾਣਧਾਰੀ ਜੀਵ ਉਸਨ ਗਰਮੀ ਤੇ ਸੀਤ ਠੰਡ ਇਹ ਕਰਤਾ ਰਚਨਹਾਰ। ਕਾਮ ਤੇ ਕਾਢੈ, ਪਰਮਾਤਮਾ ਆਪ ਹੀ ਰਚਨਾ ਕਰਦਾ ਹੈ ਤੇ ਤ੍ਰਿਸ਼ਨਾ ਰੂਪ ਤਪਸ਼ ਤੋਂ ਆਪ ਹੀ ਕੱਢ ਲੈਂਦਾ, ਬਚਾ ਲੈਂਦਾ ਹੈ। ਇਸੇ ਪ੍ਰਕਾਰ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ, ਹੇ ਪ੍ਰਾਣੀ ਕਾਮ ਕ੍ਰੋਧ ਆਦਿਕ ਦੀ ਗਰਮੀ ਤੋਂ ਪਰਮੇਸ਼ਰ ਆਪ ਦੇ ਨਾਮ ਦੀ ਸੀਤਲਤਾਈ ਦੇ ਕੇ ਬਚਾਉਣਾ ਕਰਦਾ ਹੈ। ਇਸੇ ਪ੍ਰਕਾਰ ਰੇ ਪ੍ਰਾਣੀ ਉਸਨ ਸੀਤ ਕਰਤਾ ਕਰੈ, ਹੇ ਪ੍ਰਾਣੀ ਆਸੁਰੀ ਸੰਪਦਾ ਰੂਪ ਗਰਮੀ ਨੂੰ ਮੇਟ ਕੇ ਦੇਵੀ ਸੰਪਦਾ ਦੀ ਠੰਡਕ ਉਹ ਵਾਹਿਗੁਰੂ ਦੇਣਾ ਕਰਦਾ ਹੈ। ਕਾਮ ਤੇ ਕਾਢੈ, ਅਤੇ ਜਿਹੜੀ ਈਰਖਾ ਦੀ ਅੱਗ ਸਾਡੇ ਮਨਾਂ ਵਿੱਚ ਲਟ ਲਟ ਬਲ ਰਹੀ ਹੈ, ਤ੍ਰਿਸ਼ਨਾ ਦੀ ਅੱਗ ਇਹਦੇ ਤੋਂ ਕੱਢ ਲੈਂਦਾ, ਭਾਵ ਬਚਾ ਕਰ ਲੈਂਦਾ ਹੈ। ਕੀਰੀ ਤੇ ਹਸਤੀ ਕਰੈ, ਕੀੜੀ ਤੋਂ ਹਾਥੀ ਦੀ ਤਰ੍ਹਾਂ ਬਲ ਵਾਲਾ ਕਰ ਦਿੰਦਾ ਹੈ। ਜਿਵੇਂ ਭਾਈ ਬਚਿੱਤਰ ਸਿੰਘ ਜੀ ਨੂੰ ਕਲਗੀਧਰ ਜੀ ਨੇ ਬਲ ਬਖਸ਼ ਕੇ ਨਾਗਨੀ ਵਰਸ਼ੀ ਦੁਆਰਾ
ਪਹਾੜੀਆਂ ਦੇ ਖੂਨੀ ਹਾਥੀ ਦਾ ਮੁਕਾਬਲਾ ਕਰਵਾਇਆ ਸੀਗਾ। ਧੰਨ ਬਾਬਾ ਵਿਧੀ ਚੰਦ, ਜਿਨ੍ਹਾਂ ਵੇਖੋ ਗੁਰੂ ਘਰ ਦੇ ਬੜੇ ਮਹਾਨ ਕਾਰਜ ਕੀਤੇ। ਸ਼ਾਹੀ ਕਿਲੇ ਵਿੱਚੋਂ ਘੋੜੇ ਲੈ ਕੇ ਆਏ ਅਤੇ ਪੱਟੀ ਦੇ ਵਿੱਚੋਂ ਦੁਸ਼ਾਲੇ ਲੈ ਕੇ ਆਂਦੇ, ਅਤੇ ਇੰਝ ਨਾਲੇ ਦੱਸ ਕੇ ਵੀ ਆਏ ਕਿ ਮੈਂ ਗੁਰੂ ਦਾ ਸਿੱਖ ਫਲਾਣੀ ਜਗ੍ਹਾ ਲਿਜਾ ਰਿਹਾ, ਜੇ ਤੁਹਾਡੀ ਤਾਕਤ ਹੈ ਤਾਂ ਤੁਸੀਂ ਲੈ ਆਓ। ਇੰਝ ਕੀੜੀ ਤੋਂ ਹਾਥੀ ਵਰਗਾ ਬਲ ਬਖਸ਼ਿਸ਼ ਕਰਨੇ ਵਾਲਾ ਹੈ। ਟੂਟਾ ਲੈ ਗਾਢੈ, ਅਤੇ ਜਿਹੜਾ ਉਹ ਵਾਹਿਗੁਰੂ ਅਕਾਲ ਪੁਰਖ ਹੈ, ਹਾਥੀ ਕੱਦ ਵਿੱਚ ਸਭ ਤੋਂ ਵੱਡਾ ਅਤੇ ਕਾਫੀ ਬਲਵਾਨ ਕਰ ਦਿੰਦਾ। ਪਰਮਾਤਮਾ ਕੀੜੀ ਨੂੰ ਹਾਥੀ ਜਿੰਨੀ ਤਾਕਤ ਦੇ ਸਕਦਾ, ਇਹ ਉਹਦੀ ਸਮਰੱਥਾ ਹੈ। ਅਤੇ ਆਪਦੇ ਚਰਨਾਂ ਦੀ ਸ਼ਰਨ ਵਿੱਚ ਜਿਹੜਾ ਟੁੱਟਾ ਹੋਇਆ ਮਨ ਹੈ ਉਹਨੂੰ ਗੰਢ ਲੈਂਦਾ ਹੈ। ਇਸੇ ਪ੍ਰਕਾਰ ਕੀਰੀ ਤੇ ਹਸਤੀ ਕਰੈ, ਕੀੜੀ ਦੀ ਤਰ੍ਹਾਂ ਅਲਪਗ ਜੀਵ ਨੂੰ ਹਾਥੀ ਦੀ ਤਰ੍ਹਾਂ ਬ੍ਰਹਮ ਦਾ ਸਰੂਪ ਬਣਾ ਦਿੰਦਾ ਹੈ। ਇਸੇ ਪ੍ਰਕਾਰ ਕੀਰੀ ਤੇ ਹਸਤੀ ਕਰੈ, ਕੀੜੀ ਦੀ ਨਿਆਈ ਕਮਜ਼ੋਰ ਵਿਵੇਕ ਨੂੰ ਹੰਕਾਰ ਰੂਪ ਹਾਥੀ ਜਿੱਤਣ ਵਾਲਾ ਬਣਾ ਦਿੰਦਾ ਹੈ। ਟੂਟਾ ਲੈ ਗਾਢੈ, ਅਤੇ ਟੁੱਟਿਆ ਹੋਇਆ ਮਨ ਲੈ ਕਰਕੇ ਆਪਣੇ ਚਰਨਾਂ ਦੀ ਸ਼ਰਨ ਲਿਵ ਦੇ ਵਿੱਚ ਗੰਢ ਦਿੰਦਾ ਹੈ। ਅੰਡਜ ਜੇਰਜ ਸੇਤਜ ਉਤ ਪੁਜਾ, ਅੰਡਿਆਂ ਤੋਂ ਪੈਦਾ ਹੋਏ ਜੀਵ, ਜੇਰ ਤੋਂ ਪੈਦਾ ਹੋਏ ਜੀਵ ਮਨੁੱਖ ਆਦਿਕ, ਸੇਤਜ ਪਸੀਨੇ ਤੋਂ ਪੈਦਾ ਹੋਏ ਜੀਵ ਜੂਆਂ ਜੋਕਾ ਆਦਿਕ, ਅਤੇ ਉਤ ਪੁਜਾ ਜ਼ਮੀਨ ਨੂੰ ਪਾੜ ਕੇ ਉਤਾਹਾਂ ਨੂੰ ਬਾਹਾਂ ਕਰਕੇ ਨਿਕਲਣ ਵਾਲੇ ਬ੍ਰਿਕਸ਼ ਆਦਿਕ, ਬਨਸਪਤੀ ਆਦਿਕ। ਪ੍ਰਭ ਕੀ ਇਹੋ ਕੀਰ ਕਿਰਤ, ਇਹ ਜਿੰਨੀ ਵੀ ਰਚਨਾ ਹੈ ਪ੍ਰਭ ਕੀ ਇਹ ਕਿਰਤ, ਆਹਾ ਔਂਕੜ ਤੋਂ ਬਗੈਰ ਹੈ। ਇਹ ਰਚਨਾ ਸਭ ਪ੍ਰਭੂ ਪਰਮੇਸ਼ਰ ਦੀ ਹੀ ਪੈਦਾ ਕੀਤੀ ਹੋਈ ਹੈ। ਇਹ ਸਭ ਖਾਣੀਆਂ ਦੇ ਜੀਵ ਪ੍ਰਭੂ ਦੀ ਕੀਰਤੀ ਕਰਦੇ ਹਨ। ਕਿਰਤ ਕਮਾਵਨ ਸਰਬ ਫਲ, ਪ੍ਰਭੂ ਦੀ ਕੀਰਤਨ ਭਗਤੀ ਕਮਾਉਣ ਨਾਲ ਧਰਮ, ਅਰਥ, ਕਾਮ, ਮੋਖ ਆਦਿਕ ਸਾਰੇ ਫਲ ਪ੍ਰਾਪਤ ਹੋ ਜਾਂਦੇ ਹਨ। ਰਵਿਐ ਹਰ ਨਿਰਤ, ਇਸ ਲਈ ਨਿਰਣਾ ਕਰਕੇ ਪਰਮੇਸ਼ਰ ਦਾ ਜਸ ਰਵੀਏ ਉਚਾਰਨ ਕਰੀਏ ਭਾਈ। ਹਮ ਤੇ ਕਛੂ ਨਾ ਹੋਵਨਾ, ਬੇਨਤੀ ਕਰੀਏ ਕਿ ਹੇ ਵਾਹਿਗੁਰੂ ਜੀ, ਸਾਡੇ ਤੋਂ ਕੁਝ ਵੀ ਨਹੀਂ ਹੋ ਸਕਦਾ। ਸਰਣ ਪ੍ਰਭ ਸਾਧ, ਹੇ ਪਰਮਾਤਮਾ, ਆਪਣੇ ਸ੍ਰੇਸ਼ਟ ਮਹਾਤਮਾ ਜਨਾਂ ਦੀ ਓਟ ਦੇ ਵਿੱਚ ਸਾਨੂੰ ਕਿਰਪਾ ਕਰਕੇ ਪਾਈ ਰੱਖ। ਮੋਹ ਮਗਨ ਕੂਪ ਅੰਧ ਤੇ, ਸਤਿਗੁਰੂ ਮਹਾਰਾਜ ਸਾਹਿਬ ਫਰਮਾਉਂਦੇ ਕਿ ਹੇ ਪਰਮਾਤਮਾ, ਮੋਹ ਦੀ ਮਗਨਤਾ ਅਤੇ ਸੰਸਾਰ ਬੰਨੇ ਖੂਹ ਤੋਂ ਨਾਨਕ ਗੁਰ ਕਾਢ। ਹੇ ਗੁਰੂ ਸਾਹਿਬ ਜੀ, ਸਾਨੂੰ ਗੁਰਾਂ ਦੁਆਰਾ ਮੋਹ ਦੀ ਮਗਨਤਾ ਸੰਸਾਰ ਬੰਨੇ ਖੂਹ ਤੋਂ ਕੱਢਣਾ ਕਰੋ ਜੀ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਸ਼ੋਭਾਵਨ ਫੁਰਮਾਨ ਕਰਦੇ ਹਨ। ਖੋਜਤ ਖੋਜਤ ਮੈਂ ਫਿਰਾ, ਇਹ ਭਾਈ, ਮੈਂ ਵੇਦਾਂ ਨੂੰ ਖੋਜਦੀ ਹਾਂ, ਸ਼ਾਸਤਰਾਂ ਨੂੰ ਖੋਜਦੀ ਹਾਂ, ਜਾਂ ਜਿਨ੍ਹਾਂ ਨੇ ਪ੍ਰਭੂ ਦੇ ਸਰੂਪ ਨੂੰ ਖੋਜ ਲਿਆ ਉਹਨਾਂ ਨੂੰ ਖੋਜਦੀ ਹਾਂ ਮੈਂ ਤੁਰ ਫਿਰ ਰਿਹਾ ਹਾਂ। ਖੋਜੋ ਬਨ ਥਾਨ, ਅਨੇਕਾਂ ਜੰਗਲਾਂ ਅਤੇ ਥਾਵਾਂ ਦੇ ਵਿੱਚ ਮੈਂ ਪ੍ਰਭੂ ਨੂੰ ਲੱਭਦਾ ਫਿਰਦਾ ਹਾਂ। ਅਛਲ ਅਛੇਦ ਅਭੇਦ ਪ੍ਰਭ, ਪਰਮੇਸ਼ਰ ਛਲਣ ਤੋਂ ਰਹਿਤ, ਕੱਟਣ ਤੋਂ ਰਹਿਤ,
ਅਤੇ ਭੇਦ ਤੋਂ ਰਹਿਤ ਹੈ। ਐਸੇ ਭਗਵਾਨ ਅਜਿਹੇ ਵਿਸ਼ੇਸ਼ਣ ਵਾਲਾ ਭਗਵਾਨ ਪ੍ਰਭੂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਹੈ। ਕਬ ਦੇਖਾਓ ਪ੍ਰਭ ਆਪਣਾ, ਮੈਨੂੰ ਇਹੀ ਇੱਛਾ ਲੱਗੀ ਰਹਿੰਦੀ ਹੈ ਕਿ ਮੈਂ ਆਤਮ ਕੈ ਰੰਗ, ਆਪਣੇ ਮਨ ਦੇ ਪ੍ਰੇਮ ਨਾਲ ਕਦੋਂ ਆਪ ਦਾ ਪਰਮਾਤਮਾ ਦੇਖਣਾ ਕਰਾਂ, ਜਾਂ ਮੈਂ ਕਦੋਂ ਆਪਣੇ ਪ੍ਰਭੂ ਦੇ ਸਰੂਪ ਨੂੰ ਵੇਖਣਾ ਕਰਾਂ। ਆਪਣੇ ਮਨ ਦੇ ਵਿੱਚ ਪ੍ਰਭੂ ਦੇ ਨਾਲ ਪ੍ਰੇਮ ਕਰ, ਤਦੋਂ ਮਹਾਰਾਜ ਕਹਿੰਦੇ ਵੇਖ ਲਵੇਂਗਾ। ਸਾਚ ਕਹੋ ਸੁਣ ਲੇਹੋ ਸਭ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਾਗਨ ਤੇ ਸੁਪਨਾ ਭਲਾ, ਉਸ ਜਾਗਣ ਤੋਂ ਤਾਂ ਸੁਪਨਾ ਹੀ ਭਲਾ ਚੰਗਾ ਹੈ। ਬਸੀਐ ਪ੍ਰਭ ਸੰਗ, ਜਿਸ ਸੁਪਨੇ ਵਿੱਚ ਪਰਮੇਸ਼ਰ ਦੇ ਨਾਲ ਵਸੀਦਾ ਹੈ, ਜਾਂ ਸੰਸਾਰ ਵਿੱਚ ਮਾਇਆ ਦੀ ਇੱਛਾ ਕਰਕੇ ਜਾਗਣ ਦੇ ਨਾਲੋਂ ਤਾਂ ਸੁਪਨਾ ਭਾਵ ਸਮਾਧੀ ਲਾਉਣੀ ਹੋਈ ਚੰਗੀ ਹੈ। ਜਿਸ ਕਰਕੇ ਪਰਮੇਸ਼ਰ ਦੇ ਨਾਲ ਅਸਥਿਤ ਹੋ ਕੇ ਵਸੇ ਰਹੀਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਹਨ। ਬਾਰਨ ਆਸ਼ਰਮ ਸ਼ਾਸਤਰ ਸੁਨਾਓ, ਖੱਤਰੀ ਬ੍ਰਾਹਮਣ ਸ਼ੂਦਰ ਅਤੇ ਵੈਸ਼, ਇਹ ਚਾਰੇ ਵਰਨ ਤੇ ਬ੍ਰਹਮਚਰਜ ਗ੍ਰਸਤ ਬਾਨਪ੍ਰਸਤ ਤੇ ਸੰਨਿਆਸ, ਇਹ ਚਾਰ ਆਸ਼ਰਮਾਂ ਦੇ ਮਤਾਂ ਨੂੰ ਵੀ ਸੁਣਿਆ ਹੈ। 6 ਸ਼ਾਸਤਰਾਂ ਦੇ ਸਿਧਾਂਤ ਨੂੰ ਵੀ ਸੁਣਿਆ ਹੈ। ਦਰਸ਼ਨ ਕੀ ਪਿਆਸ, ਪਰ ਇਹਨਾਂ ਕਰਤੱਵਾਂ ਨੂੰ ਕਰਨ ਨਾਲ ਪ੍ਰਭੂ ਦੀ ਪ੍ਰਾਪਤੀ ਨਹੀਂ ਹੁੰਦੀ। ਮੈਨੂੰ ਤਾਂ ਪਰਮੇਸ਼ਰ ਦੇ ਦਰਸ਼ਨ ਦੀਦਾਰਿਆਂ ਦੀ ਹੀ ਪਿਆਸ ਤ੍ਰੇ ਲੱਗੀ ਰਹਿੰਦੀ ਹੈ। ਰੂਪ ਨਾ ਰੇਖ ਨਾ ਪੰਚ ਤਤ, ਉਸ ਵਾਹਿਗੁਰੂ ਦਾ ਨਾ ਕੋਈ ਰੂਪ ਆਕਾਰ ਹੈ, ਨਾ ਹੀ ਮੱਛਕਸ਼ ਆਦਿਕ ਅਵਤਾਰਾਂ ਰੂਪੀ ਲਕੀਰ ਹੈ, ਤੇ ਨਾ ਹੀ ਉਸ ਦਾ ਪੰਜਾਂ ਤੱਤਾਂ ਕਰਕੇ ਰਚਿਆ ਹੋਇਆ ਸਰੀਰ ਹੈ। ਠਾਕੁਰ ਅਬਿਨਾਸ਼, ਉਹ ਜਿਹੜਾ ਵਾਹਿਗੁਰੂ ਹੈ ਉਹ ਨਾਸ਼ ਤੋਂ ਰਹਿਤ ਮਾਲਕ ਪਰਮੇਸ਼ਰ ਹੈ। ਉਹ ਸਰੂਪ ਸੰਤਨ ਕਹਿ ਹੈ, ਉਹ ਨਿਰਗੁਣ ਸਰੂਪ ਸ਼ਾਂਤ ਚਿਤ ਮਹਾਤਮਾ ਜਨ ਹੀ ਕਦਰ ਕਰਦੇ ਹਨ। ਵਿਰਲੇ ਜੋਗੀ ਸੁਰ, ਪਰ ਐਸੇ ਜੋਗੀਆਂ ਦੀ ਈਸ਼ਵਰ ਬ੍ਰਹਮਾਕਾਰ ਬਿਰਤੀ ਵਾਲੇ ਮਹਾਤਮਾ ਜਨ ਟਾਵੇਂ ਟਾਵੇਂ ਹੀ ਹਨ। ਹੈਨ ਵਿਰਲੇ ਨਾ ਹੀ ਕਣੇ ਫੈਲ ਫਕੜ ਸੰਸਾਰ, ਨਾਨਕ ਲਗੀ ਤੁਰ ਮਰੈ ਜੀਵਨ ਨਾਹੀ ਤਾਣ। ਇਸੇ ਪ੍ਰਕਾਰ ਉਹ ਸਰੂਪ ਸੰਤਨ ਕਹਿ ਹੈ, ਜੋ ਸੰਤ ਜਨਾਂ ਦੇ ਤਾਈ ਉਸ ਨਿਰਗੁਣ ਆਨੰਦ ਸਰੂਪ ਨੂੰ ਕਥਨ ਕਰਕੇ ਦੱਸਦੇ ਹਨ। ਵਿਰਲੇ ਜੋਗੀ ਸੁਰ, ਐਸੇ ਵਿਰਲੇ ਹੀ ਗੁਰੂ ਰੂਪ ਜੋਗੀ ਹਨ। ਕਰ ਕਿਰਪਾ ਜਾ ਕਉ ਮੇਲੇ, ਜਿਨ੍ਹਾਂ ਨੂੰ ਪ੍ਰਭੂ ਜੀ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਕੇ ਮਿਲੇ ਹਨ। ਧਨ ਧਨ ਤੇ ਈਸ਼ਰ, ਉਹ ਪੁਰਖ ਧਨਤਾ ਦੇ ਯੋਗ ਅਤੇ ਪਰਮੇਸ਼ਰ ਦਾ ਸਰੂਪ ਹੀ ਹਨ। ਸੋ ਅੰਤਰ ਸੋ ਬਾਹਰੇ, ਉਹੀ ਹਰੀ ਸੰਸਾਰ ਦੇ ਅੰਦਰ ਹੈ ਅਤੇ ਉਹੀ ਸੰਸਾਰ ਦੀ ਲਪਾਈ ਮਾਨਤਾ ਤੋਂ ਵੱਖਰਾ ਹੈ। ਬਿਨ ਸੇ ਤਹਿ ਭਰਮਾ, ਸੋ ਸੰਸ਼ੇ ਆਦਿਕ ਉਹਦੇ ਨਾਸ਼ ਹੋ ਗਏ ਨੇ, ਸਾਰੇ ਭਰਮ ਵੀ ਚਲੇ ਗਏ। ਇਸੇ ਪ੍ਰਕਾਰ ਸੋ ਅੰਤਰ ਸੋ ਬਾਹਰੇ, ਉਹੀ ਜੀਵਾਂ ਦੇ ਅੰਦਰ ਵਸਦਾ ਅਤੇ ਉਹੀ ਬਾਹਰ ਸੰਸਾਰ ਵਿੱਚ ਵਿਆਪਕ ਹੈ। ਇਸੇ ਪ੍ਰਕਾਰ ਸੋ ਅੰਤਰ ਸੋ ਬਾਹਰੇ, ਸਭ ਦੇ ਪਾਪਾ ਪੁੰਨਾਂ ਤੋਂ ਰਹਿਤ ਹੈ। ਜਿਨ੍ਹਾਂ ਨੇ ਐਸੇ ਨਿਸ਼ਚੈ ਕੀਤਾ ਹੈ। ਬਿਨ ਸੇ ਤਹਿ ਭਰਮਾ, ਸੋ ਜੀਵਾਂ ਦੇ ਅੰਦਰ ਵੀ ਵਸਦਾ
ਪਰ ਉਹਨਾਂ ਦੇ ਪਾਪਾਂ ਤੇ ਪੁੰਨਾਂ ਦੀ ਲਪਾਈ ਮਾਨਗੀ ਨਹੀਂ ਹੈ। ਜਿਨ੍ਹਾਂ ਇਸ ਤਰ੍ਹਾਂ ਨਿਸ਼ਚੈ ਕੀਤਾ ਉਹਦੇ ਸਾਰੇ ਭਰਮ ਸੰਸ਼ੇ ਆਦਿਕ ਉਹ ਬਿਨਸੇ ਨਾਸ਼ ਹੋ ਗਏ ਹਨ। ਨਾਨਕ ਤਿਸ ਪ੍ਰਭ ਭੇਟਿਆ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਤਿਸ ਪੁਰਸ਼ ਨੂੰ ਹੀ ਪਰਮੇਸ਼ਰ ਮਿਲਿਆ ਹੈ। ਜਾ ਕੇ ਪੂਰਨ ਕਰਮਾ। ਜਿਸ ਦੇ ਪੂਰੇ ਨਿਸ਼ਕਾਮ ਕਰਮ ਹਨ ਜਾਂ ਜਿਸ ਉੱਪਰ ਪਰਮੇਸ਼ਰ ਨੇ ਪੂਰਨ ਕਿਰਪਾ ਕੀਤੀ ਹੈ ਉਹਨੂੰ ਹੀ ਪਰਮਾਤਮਾ ਮਿਲਿਆ ਹੈ। ਬਿਲਾਵਲ ਮਹੱਲਾ ਪੰਜਵਾ। ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਸ਼ੋਭਾਵਨ ਉਪਦੇਸ਼ ਬਖਸ਼ਦੇ ਹਨ। ਜੀ ਜੰਤ ਸੋ ਪ੍ਰਸੰਨ ਭਏ। ਜਿਸ ਵਕਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਰਚਨਾ ਸੰਪੂਰਨ ਹੋ ਗਈ ਸੀ ਉਸ ਸਮੇਂ ਸਤਿਗੁਰੂ ਜੀ ਖੁਸ਼ੀ ਵਿੱਚ ਗੁਰਾਂ ਦੀ ਬਖਸ਼ਿਸ਼ ਜਨਾਉਂਦੇ ਇਹ ਸ਼ਬਦ ਉਚਾਰ ਰਹੇ ਨੇ ਕਿ ਹੇ ਭਾਈ ਦੇਖ ਪ੍ਰਭ ਪ੍ਰਤਾਪ। ਪ੍ਰਭੂ ਪਰਮਾਤਮਾ ਦਾ ਤੇਜ ਪ੍ਰਤਾਪ ਵੇਖ ਕਰਕੇ ਸਾਰੇ ਸੂਖਮ ਸਥੂਲ ਛੋਟੇ ਵੱਡੇ ਜੀਵ ਜੰਤ ਭਲੀ ਪ੍ਰਕਾਰ ਖੁਸ਼ ਹੋਏ ਹਨ। ਕਾਰਜ ਉਤਾਰਿਆ ਸਤਿਗੁਰੂ। ਸਤਿਗੁਰੂ ਰਾਮਦਾਸ ਸਾਹਿਬ ਜੀ ਨੇ ਕਰ ਆਹਰ ਆਪ ਹੀ ਉਦਮ ਕਰਕੇ ਹਰਿਮੰਦਰ ਸਾਹਿਬ ਰਚਨ ਦਾ ਕਰਜ਼ਾ ਅੰਮ੍ਰਿਤਸਰ ਸਾਹਿਬ ਸਰੋਵਰ ਸਾਹਿਬ ਨੂੰ ਪੱਕਾ ਕਰਾਉਣ ਦਾ ਹੁਕਮ ਰੂਪੀ ਕਰਜ਼ਾ ਰੇਣ ਇਹ ਉਤਾਰ ਦਿੱਤਾ, ਲਾ ਦਿੱਤਾ ਹੈ। ਜਿਹੜਾ ਸਾਨੂੰ ਹੁਕਮ ਹੋਇਆ ਸੀ ਇਸੇ ਪ੍ਰਕਾਰ ਕਾਰਜ ਉਤਾਰਿਆ ਸਤਿਗੁਰੂ। ਸਤਿਗੁਰੂ ਸਾਹਿਬ ਜੀ ਨੇ ਆਪ ਹੀ ਗੁਰਸਿੱਖਾਂ ਨੂੰ ਨਾਮ ਸਿਮਰਨ ਦਾ ਉਦਮ ਬਖਸ਼ਣਾ ਕੀਤਾ ਹੈ ਅਤੇ ਪ੍ਰੇਮਾ ਭਗਤੀ ਬਖਸ਼ ਕੇ ਗੁਰਸਿੱਖਾਂ ਦੇ ਸਿਰ ਤੋਂ ਲੋਕ ਦੰਡ, ਰਾਜ ਦੰਡ, ਦੇਵ ਦੰਡ, ਪਿਤਰ ਦੰਡ ਆਦਿਕ ਦਾ ਸਭ ਕਰਜ਼ਾ ਲਾ ਦਿੱਤਾ ਹੈ। ਕਰ ਆਹਰ ਆਪ ਹੀ ਇਹ ਨਾਮ ਜਪਣ ਜਪਾਉਣ ਦਾ ਉਦਮ ਬਖਸ਼ਿਆ ਹੈ। ਗੁਰ ਨਾਮ ਦਿਓ ਰੇਨ ਲਾਥਾ। ਨਾਮ ਦੇ ਕੇ ਗੁਰਾਂ ਨੇ ਸਾਰਾ ਕਰਜ਼ਾ ਲਾ ਦਿੱਤਾ ਹੈ। ਖਾਤ ਖਰਚਤ ਨਿਭਹਤ ਰਹਿ। ਸੋ ਸਤਿਗੁਰੂ ਮਹਾਰਾਜ ਜੀ ਦੀ ਕਿਰਪਾ ਨਾਲ ਗੁਰ ਸ਼ਬਦ ਅਖੂਟ। ਸਤਿਗੁਰੂ ਜੀ ਦਾ ਜਿਹੜਾ ਸ਼ਬਦ ਉਪਦੇਸ਼ ਹੈ, ਨਾਮ ਹੈ, ਇਹ ਅਖੁੱਟ ਖਜ਼ਾਨਾ ਸਤਿਗੁਰ ਦੀਆ ਤੋਟ ਨਹੀਂ ਰੇ ਮੁਕਿਆ, ਨਾ ਮੁੱਕਣ ਵਾਲਾ ਖਜ਼ਾਨਾ ਹੈ। ਜਿਸ ਨੂੰ ਖਾਦ ਖਰਚਤ ਗੁਰਮੁਖ ਜਨ ਆਪ ਖਾਂਦੇ ਭਾਵ ਜਪਦੇ ਨੇ ਤੇ ਖਰਚਤ ਹੋਰਨਾਂ ਦੇ ਤਾਈਂ ਖਰਚਦੇ ਭਾਵ ਜਪਾਉਂਦੇ ਹਨ। ਨਿਭਹਤ ਰਹੇ ਆਪਣਾ ਨਿਰਵਾਹ ਇੰਜ ਕਰਦੇ ਰਹਿੰਦੇ ਨੇ। ਜਿਹੜਾ ਜੱਟ ਜ਼ਿਮੀਂਦਾਰ ਹੈ ਉਹ ਕਣਕ ਝੋਨਾ ਬੀਜ ਕੇ ਆਪ ਦਾ ਕੰਮ ਕਰਦਾ ਹੈ, ਸਵਾਰਦਾ ਹੈ। ਦੁਕਾਨਦਾਰ ਸਵੇਰ ਤੋਂ ਸ਼ਾਮ ਤੱਕ ਤੱਕੜੀ ਅੱਗੇ ਬੈਠਾ ਸੌਦਾ ਤੋਲ ਤੋਲ ਕੇ ਪੈਸੇ ਵੱਟਦਾ ਹੈ। ਵਪਾਰੀ ਲੋਕ ਕੱਪੜੇ ਆਦਿਕ ਜਾਂ ਹੋਰਨਾਂ ਦੇ ਚੀਜ਼ਾਂ ਵਸਤੂਆਂ ਸਸਤੀਆਂ ਲੈ ਕੇ ਮਹਿੰਗੇ ਭਾਅ ਵੇਚਦੇ। ਟੀਚਰ ਜਿਹੜਾ ਹੈ ਉਹ ਬੱਚਿਆਂ ਨੂੰ ਪੜ੍ਹਾਉਂਦਾ ਹੈ, ਪਰ ਜਿਹੜਾ ਸੰਤ ਹੈ, ਗੁਰਸਿੱਖ ਹੈ, ਗੁਰਮੁਖ ਹੈ, ਜਿਸ ਤਰ੍ਹਾਂ ਸਭ ਦੁਨੀਆ ਆਪੋ ਆਪਣੇ ਕੰਮਾਂ 'ਚ ਲੱਗੀ ਹੋਈ ਹੈ, ਸੰਤਾਂ ਦਾ ਕੀ ਕੰਮ ਹੈ? ਸੰਤ ਗੋਬਿੰਦ ਕਾ ਇੱਕ ਹੈ ਕਾਮ। ਸੰਤਾਂ ਦਾ ਤੇ ਗੋਬਿੰਦ ਦਾ ਇੱਕੋ ਹੀ ਕੰਮ ਹੈ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ। ਜਿਹੜਾ ਰਾਮ ਹੈ ਉਹ ਤਾਂ ਮੁਕਤੀ ਦਾ ਦਾਤਾ ਹੈ, ਪਰ ਜੋ ਸੰਤ ਹੈ ਉਹ ਵਾਹਿਗੁਰੂ ਦਾ ਨਾਮ ਜਪਾਉਂਦਾ ਹੈ। ਇਸ ਤਰ੍ਹਾਂ ਸੰਤ ਮਹਾਂਪੁਰਖ ਗੁਰੂ ਦੇ ਪਿਆਰ ਵਾਲੇ ਗੁਰਸਿੱਖ ਨਾਮ ਜਪਦੇ ਜਪਾਉਂਦੇ ਹੋਏ ਆਪਣਾ ਜੀਵਨ ਨਿਰਵਾਹ ਕਰਦੇ ਹਨ ਤੇ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਕਰਕੇ ਇਹ ਸਫਲ ਕਰਕੇ ਪਰਲੋਕ ਨੂੰ ਜਾਂਦੇ ਨੇ।
ਪੂਰਨ ਭਈ ਸਮਗਰੀ। ਸੋ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਸੇਵਾ ਰੂਪ ਸਮੱਗਰੀ, ਗੁਰ ਸਿੱਖਾਂ ਨੂੰ ਭਾਉ ਭਗਤੀ ਦੇਣ ਦੀ ਸਮੱਗਰੀ, ਬ੍ਰਹਮ ਗਿਆਨ ਦੀ ਸਮੱਗਰੀ, ਚੀਜ਼ ਵਸਤ ਸਭ ਪੂਰੀ ਹੋ ਗਈ ਹੈ। ਕਬਹੂ ਨਹੀਂ ਟੂਟ, ਔਰ ਇਸ ਦਾ ਕਦੇ ਵੀ ਟੋਟਾ ਘਾਟਾ ਨਹੀਂ ਆਉਂਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ ਸਾਧ ਸੰਗ ਆਰਾਧਨਾ। ਇਹ ਭਾਈ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਵਿੱਚ ਮਿਲ ਕੇ ਜੋ ਪਰਮੇਸ਼ਰ ਦਾ ਨਾਮ ਆਰਾਧਨਾ ਸਿਮਰਨਾ ਹੈ, ਇਹ ਸਭ ਤੋਂ ਚੰਗਾ ਹੈ। ਆਰਾਧਨਾ ਆਰਾਧਨਿਕਾ, ਹਰ ਹਰ ਨਾਮ ਆਰਾਧਨਾ। ਹਰ ਨਿਧ ਆਪਾਰ, ਇਹ ਹਰੀ ਪਰਮੇਸ਼ਰ ਦਾ ਬੇਅੰਤ ਖਜ਼ਾਨਾ ਜਾਂ ਅਪਾਰ ਹਰੀ ਦੀ ਪ੍ਰਾਪਤੀ ਕਰਾਉਣ ਵਾਲਾ ਇਹ ਉਤਮ ਖਜ਼ਾਨਾ ਹੈ। ਧਰਮ ਅਰਥ ਅਰ ਕਾਮ ਮੁਖ, ਆਪਣੇ ਸੇਵਕਾਂ ਨੂੰ ਧਰਮ, ਅਰਥ, ਪਦਾਰਥ ਅਤੇ ਕਾਮਨਾਵਾਂ ਮੁਕਤੀ ਦਿੰਦਿਆਂ ਹੋਇਆਂ ਦਿੱਤੇ ਨਹੀਂ ਬਾਰ। ਇਹ ਮੁਕਤੀ ਦਿੰਦਿਆਂ ਪਰਮੇਸ਼ਰ ਨੂੰ ਬਾਹਰ ਦੇਰ ਨਹੀਂ ਲੱਗਦੀ। ਭਗਤ ਆਰਾਧ ਹੈ ਏਕ ਰੰਗ, ਸੋ ਪਰਮੇਸ਼ਰ ਨੂੰ ਜਿਹੜੇ ਭਗਤ ਸੇਵਕ ਜਨ ਨੇ ਇੱਕ ਰਸ ਪ੍ਰੇਮ ਦੇ ਵਿੱਚ ਭੇਜ ਕੇ ਆਰਾਧਦੇ ਸਿਮਰਦੇ ਹਨ। ਗੋਬਿੰਦ ਗੋਪਾਲ, ਗੋਬਿੰਦ ਜੋ ਪ੍ਰਿਥਵੀ ਦੀ ਰੱਖਿਆ ਕਰਨ ਵਾਲਾ ਗੋਪਾਲ ਪਰਮੇਸ਼ਰ ਹੈ, ਉਹਨੂੰ ਭਗਤ ਸੇਵਕ ਜਨ ਇੱਕ ਰਸ ਪ੍ਰੇਮ ਦੇ ਵਿੱਚ ਭੇਜ ਕੇ ਆਰਾਧਦੇ ਸਿਮਰਦੇ ਰਹਿੰਦੇ ਨੇ। ਰਾਮ ਨਾਮ ਧਨ ਸੰਚਿਆ, ਰਾਮ ਪਰਮੇਸ਼ਰ ਦੇ ਨਾਮ ਰੂਪੀ ਧਨ ਰੋਕੜੀ ਨੂੰ ਸੰਤ ਜਨਾਂ ਨੇ ਇੰਨਾ ਇਕੱਤਰ ਕੀਤਾ ਹੈ। ਜਾ ਕਾ ਨਹੀਂ ਸੁਮਾਰ, ਜਿਸ ਦਾ ਕਿ ਕੋਈ ਵੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ। ਭਾਵ ਅਣਗਿਣਤ ਖਜ਼ਾਨਾ ਹੈ, ਖਾਵੇ ਹੈ। ਕਹਿੰਦੇ ਪੀਊ ਦਾਦੇ ਕਾ ਖੋਲ ਡਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ। ਖਾਵੇ ਖਰਚੇ ਰਲ ਮਿਲ ਪਾਈ, ਤੋੜ ਨਾ ਆਵੇ ਵਧ ਦੋ ਜਾਈ। ਸਰਣ ਪਰੇ ਪ੍ਰਭ ਤੇਰੀਆ, ਹੇ ਪਰਮੇਸ਼ਰ ਅਸੀਂ ਤੇਰੀ ਓਟ ਦੇ ਵਿੱਚ ਪਏ ਹਾਂ। ਪ੍ਰਭ ਕੀ ਵਡਿਆਈ, ਹੇ ਪਰਮੇਸ਼ਰ ਅਸੀਂ ਆਪ ਜੀ ਦੀ ਹੀ ਵਡਿਆਈ ਮਹਿਮਾ ਕਰਦੇ ਹਾਂ। ਨਾਨਕ ਅੰਤ ਨਾ ਪਾਈਐ, ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਹੇ ਵਾਹਿਗੁਰੂ ਜੀ ਬੇਅੰਤ ਗੁਸਾਈ, ਤੂੰ ਅੰਤ ਤੋਂ ਰਹਿਤ ਹੈ ਤੇ ਸਭ ਦਾ ਮਾਲਕ ਹੈ। ਹੇ ਮਾਲਕਾ, ਹੇ ਪ੍ਰਮਾਤਮਾ ਤੇਰਾ ਅੰਤ ਓੜਕ ਨਹੀਂ ਪਾ ਸਕੀਦਾ। ਅੰਤ ਨਾ ਅੰਤ ਸਦਾ ਬੇਅੰਤ, ਕਹੋ ਨਾਨਕ ਉੱਚੋ ਉੱਚਾ। ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਕਰਨ ਦੇਣ ਨਾ ਅੰਤ, ਅੰਤ ਨਾ ਵੇਖਣ ਸੁਣਨ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ, ਅੰਤ ਨਾ ਜਾਪੈ ਕੀਤਾ ਆਕਾਰ, ਅੰਤ ਨਾ ਜਾਪੈ ਪਾਰਾਵਾਰ। ਅੰਧ ਕਾਰਨ ਕੀਤੇ ਬਿਰਲਾਹੇ, ਤਾਕਿ ਅੰਤ ਨਾ ਪਾਏ ਜਾਹੇ। ਬਿਲਾਵਲ ਮਹੱਲਾ ਪੰਜਵਾ। ਬਿਲਾਵਲ ਰਾਗ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ। ਸਿਮਰ ਸਿਮਰ ਪੂਰਨ ਪ੍ਰਭੂ, ਸਿਮਰਨ ਯੋਗ ਵਿਆਪਕ ਪਰਮੇਸ਼ਰ ਨੂੰ ਮਨ ਬਾਣੀ ਸਰੀਰ ਦੁਆਰਾ ਯਾਦ ਕਰ ਕਰਕੇ ਕਾਰਜ ਭਏ ਰਾਸ, ਜੀਵਨ ਮੁਕਤੀ ਬ੍ਰਹਮ ਗਿਆਨ ਆਦਿਕ ਸਾਰੇ ਕੰਮ ਸਫਲ ਹੋਏ ਹਨ। ਕਰਤਾਰਪੁਰ ਕਰਤਾ ਵਸੈ, ਪ੍ਰਤੱਖ ਰਾਵੀ ਦੇ ਕਿਨਾਰੇ ਕਰਤਾਰਪੁਰ ਸਾਹਿਬ ਦੇ ਵਿੱਚ ਕਰਤਾ ਰਚਨਹਾਰ ਪਰਮਾਤਮਾ ਗੁਰੂ ਨਾਨਕ ਰੂਪ ਹੋ ਕੇ ਵਸ ਰਿਹਾ ਹੈ। ਇਸੇ ਪ੍ਰਕਾਰ ਕਰਤਾਰਪੁਰ ਕਰਤਾ ਵਸੈ, ਕਰਤਾਰ ਪਰਮੇਸ਼ਰ ਦੀ ਸਾਧ ਸੰਗਤ ਰੂਪ ਇਹ ਜਿਹੜੀ ਨਗਰੀ ਕਰਤਾਰਪੁਰ ਹੈ,
ਸੋ ਕਰਤਾਰ ਦੀ ਇਹ ਪੁਰੀ ਹੈ ਸਾਧ ਸੰਗਤ। ਇਸ ਸੰਗਤ ਰੂਪ ਨਗਰੀ ਵਿੱਚ ਰਚਨਹਾਰ ਪਰਮਾਤਮਾ ਆਪ ਵਸਦਾ ਹੈ। ਵਿੱਚ ਸੰਗਤ ਹਰ ਪ੍ਰਭ ਵਸੈ ਜੀਓ। ਸੰਗਤ ਦੇ ਵਿੱਚ ਹਰੀ ਪਰਮਾਤਮਾ ਖੁਦ ਆਪ ਵਸ ਰਿਹਾ। ਵਡ ਭਾਗੀ ਹਰ ਸੰਗਤ ਪਾਵੈ, ਭਾਗਹੀਨ ਬ੍ਰਹਮ ਜੋਟਾਂ ਖਾਵੈ। ਬਿਨ ਭਾਗਾ ਸਤ ਸੰਗ ਨ ਲਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ ਕਿ ਜੋ ਸੰਗਤ ਦੇ ਵਿੱਚ ਮਿਲਦਾ ਹੈ। ਸੋ ਜਿਹੜਾ ਮਿਲਦਾ ਹੈ ਸਮਝ ਲਓ ਕਿ ਪਰਮਾਤਮਾ ਦੇ ਨਾਲ ਮਿਲ ਗਿਆ। ਭਾਈ ਗੁਰਦਾਸ ਸਾਹਿਬ ਜੀ ਦਾ ਫਰਮਾਨ ਹੈ, ਸਾਧ ਸੰਗਤ ਸੱਚਖੰਡ ਹੈ, ਆਏ ਝਰੋਖੈ ਖੋਲ੍ਹੈ ਬਾਰੀ। ਸਾਧ ਸੰਗਤ ਦੀ ਸੱਚਖੰਡ ਹੈ। ਝਰੋਖੇ ਬਾਰੀਆਂ ਖੋਲ੍ਹ ਕੇ ਇੱਥੇ ਬੈਠੇ ਆਪਦਾ ਸੋ ਕੰਨ ਆਦਿਕ ਨੇਤਰ ਆਦਿਕ ਜਿਨ੍ਹਾਂ ਦੇ ਨਾਲ ਗੁਰੂ ਜੀ ਦੀ ਬਖਸ਼ਿਸ਼ ਅੰਦਰ ਵੜਨੀ ਹੈ ਅਤੇ ਜ਼ਬਾਨ ਨੂੰ ਵੀ ਹਿਲਾ ਕੇ ਰਸਨਾ ਸਫਲ ਬਣਾਏ। ਇੰਜ ਸੰਤਨ ਕੈ ਪਾਸ, ਸੰਤ ਜਨਾਂ ਦੇ ਕੋਲ ਸੰਗਤ ਦੇ ਵਿੱਚ ਸਦਾ ਅੰਗ ਸੰਗੇ ਅਪੰਗੰ ਬੇਪੂਤੇ। ਉਹ ਵਾਹਿਗੁਰੂ ਹਮੇਸ਼ਾ ਅੰਗ ਸੰਗ ਵਸਦਾ ਹੈ। ਇਸੇ ਪ੍ਰਕਾਰ ਕਰਤਾਰਪੁਰ ਕਰਤਾ ਵਸੈ। ਕਰਤਾਰ, ਕਰ ਨਾਮ ਹੈ ਹੱਥਾਂ ਦਾ, ਜਿਸ ਦੇ ਹੱਥਾਂ ਦੇ ਵਿੱਚ ਸਭ ਦੀ ਚੇਤਨ ਸੱਤਾ ਪ੍ਰਲਬਧ ਰੂਪੀ ਤਾਰ ਫੜੀ ਹੋਈ ਹੈ। ਉਹ ਜਿਹੜਾ ਕਰਤਾ ਪਰਮੇਸ਼ਰ ਹੈ ਸਭ ਥਾਵਾਂ ਵਿੱਚ ਪਰਿਪੂਰਨ ਹੋ ਕੇ ਵਸ ਰਿਹਾ ਹੈ। ਸੰਤਨ ਕੈ ਪਾਸ, ਹਰ ਸੰਤਾਂ ਦੇ ਕੋਲ ਭਾਵ ਅੰਤःਕਰਨ ਵਿੱਚ ਉਹ ਪ੍ਰਕਾਸ਼ਕ ਹੈ। ਰਹਾਉ, ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਬਿਗਨ ਨਾ ਕੋ ਲਾਗਤਾ, ਉਹਨਾਂ ਪੁਰਸ਼ਾਂ ਨੂੰ ਕੋਈ ਵੀ ਰਾਗ ਦਵੈ ਖਾਦਕ ਵਿਘਨ ਨਹੀਂ ਲੱਗਦਾ। ਗੁਰ ਪਹਿ ਅਰਦਾਸ, ਜੋ ਗੁਰੂ ਸਾਹਿਬ ਜੀ ਦੇ ਪਾਸ ਅਰਦਾਸ ਬੇਨਤੀ ਕਰਦੇ ਹਨ। ਰਖਵਾਲਾ ਗੋਬਿੰਦ ਰਾਏ, ਗੋ ਪ੍ਰਿਥਵੀ ਦਾ ਬਿੰਦ ਰੱਖਿਅਕ ਪਾਲਕ ਰਾਏ ਪ੍ਰਕਾਸ਼ਕ ਪਰਮਾਤਮਾ ਆਪਣੇ ਸੰਤ ਜਨਾਂ ਦਾ ਰਖਵਾਲਾ ਰੱਖਿਆ ਕਰਨੇ ਵਾਲਾ ਹੈ। ਆਪਣੇ ਸੇਵਕ ਹੀ ਆਪੇ ਰੱਖੈ, ਆਪੇ ਨਾਮ ਜਪਾਵੈ। ਜਹ ਜਹ ਕਾਜ ਕਿਰਤ ਸੇਵਕ ਕੀ, ਤਾਹਾਂ ਤਾਹਾਂ ਉਠ ਧਾਵੈ। ਸੇਵਕ ਕੋ ਨਿਕਟੀ ਹੋਏ ਦਿਖਾਵੈ। ਭਗਤਨ ਕੀ ਰਾਸ, ਅਤੇ ਭਗਤ ਸੇਵਕਾਂ ਦੀ ਸ਼ਰਧਾ ਰੂਪੀ ਉਹ ਰਾਸ ਪੂੰਜੀ ਹੈ। ਟੋਟ ਨਾ ਆਵੈ ਕਦੇ ਮੂਲ, ਭਗਤ ਜਨਾਂ ਨੂੰ ਕਦਾ ਚਿਤ ਵੀ ਉੱਕਾ ਘਾਟਾ ਨਹੀਂ ਆਉਂਦਾ। ਪੂਰਨ ਭੰਡਾਰ, ਉਹਨਾਂ ਦੇ ਹਿਰਦੇ ਰੂਪ ਭੰਡਾਰੇ ਸ਼ੁਭ ਗੁਣਾਂ ਦੇ ਨਾਲ ਲਬਾ ਲਬ ਭਰੇ ਹੋਏ ਹਨ। ਚਰਨ ਕਮਲ ਮਨ ਤਨ ਬਸੇ, ਸੋ ਵਾਹਿਗੁਰੂ ਜੀ ਦੇ ਜਿਹੜੇ ਕਮਲ ਸਰੀਖੇ ਚਰਨ ਨੇ ਉਹਨਾਂ ਭਗਤ ਜਨਾਂ ਦੇ ਹਿਰਦੇ ਅਤੇ ਸਰੀਰ ਵਿੱਚ ਹਮੇਸ਼ਾ ਵਸਦੇ ਰਹਿੰਦੇ ਹਨ। ਪ੍ਰਭ ਅਗੰਮ ਅਪਾਰ, ਉਹ ਜਿਹੜਾ ਪਰਮਾਤਮਾ ਹੈ ਉਹ ਗਮਤਾ ਤੋਂ ਰਹਿਤ ਅਪਾਰ ਬੇਅੰਤ ਹੈ। ਉਹਦੇ ਪੂਜਨੀਕ ਚਰਨ ਕਮਲ ਉਹਨਾਂ ਭਗਤ ਜਨਾਂ ਦੇ ਹਿਰਦੇ ਅਤੇ ਸਰੀਰ ਵਿੱਚ ਵਸਦੇ ਰਹਿੰਦੇ ਹਨ। ਸੰਤ ਪ੍ਰਸਾਦ ਭੇਟੇ ਪ੍ਰਭੂ, ਸ਼ਾਂਤ ਚਿੱਤ ਜੋ ਗੁਰਮੁਖ ਨੇ ਜਾਂ ਗੁਰੂ ਸਾਹਿਬ ਜੀ ਦੀ ਕਿਰਪਾ ਦੁਆਰਾ ਪਰਮੇਸ਼ਰ ਜੀ ਮਿਲ ਪੈਂਦੇ ਹਨ। ਇਸੇ ਪ੍ਰਕਾਰ ਸੰਤ ਪ੍ਰਸਾਦ ਭੇਟੇ ਪ੍ਰਭੂ, ਪਰਮੇਸ਼ਰ ਨਾਲ ਜਗਿਆਸੂ ਮਿਲ ਜਾਂਦੇ ਨੇ ਸੰਤਾਂ ਦੀ ਕਿਰਪਾ ਨਾਲ। ਜੋ ਪਰਮੇਸ਼ਰ ਪੂਰਨ ਜਗਦੀਸੈ, ਸਭਨਾ ਥਾਵਾਂ ਦੇ ਵਿੱਚ ਪਰਿਪੂਰਨ ਵਿਆਪਕ ਅਤੇ ਜਗਤ ਦਾ ਈਸ਼ਵਰ ਮਾਲਕ ਹੈ। ਜੈ ਜੈਕਾਰ ਸਭੈ ਕਰ ਹੈ, ਸਾਰੇ ਲੋਕ ਉਹਨਾਂ ਭਗਤ ਜਨਾਂ ਦੀ
ਜੈ ਜੈਕਾਰ ਕਰਦੇ ਹਨ। ਸੱਚ ਥਾਨ ਸੁਹਾਇਆ। ਕਿਉਂਕਿ ਉਹਨਾਂ ਭਗਤਾਂ ਨੂੰ ਸੱਚਾ ਅਤੇ ਸ਼ੋਭਨੀਕ ਸਾਧ ਸੰਗਤ ਰੂਪ ਅਸਥਾਨ ਪ੍ਰਾਪਤ ਹੋਇਆ ਹੈ। ਜਪ ਨਾਨਕ ਨਾਮ ਨਿਧਾਨ ਸੁਖ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਦੇ ਖਜ਼ਾਨੇ ਨੂੰ ਜਪਿਆ ਉਹਨਾਂ ਨੂੰ ਆਤਮਿਕ ਸੁਖ ਪ੍ਰਾਪਤ ਹੋਇਆ ਹੈ। ਪੂਰਾ ਗੁਰ ਪਾਇਆ। ਔਰ ਉਹਨਾਂ ਨੇ ਹੀ ਪੂਰਨ ਗੁਰੂ ਸਾਹਿਬ ਜੀ ਨੂੰ ਪਾਇਆ ਪ੍ਰਾਪਤ ਕੀਤਾ ਹੈ। ਬਿਲਾਵਲ ਮਹੱਲਾ ਪੰਜਵਾ। ਸਤਿਗੁਰੂ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਬਿਲਾਵਲ ਰਾਗ ਵਿੱਚ ਇਹ ਸ਼ੁਭ ਉਪਦੇਸ਼ ਉਚਾਰਦੇ ਨੇ। ਹਰ 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 ਆਰਾਧੀਐ। ਇਹ ਭਾਈ ਹਰੇਕ ਨੂੰ ਹਰੇ ਪਰੇ ਕਰਨ ਵਾਲੇ ਹਰੀ ਪਰਮੇਸ਼ਰ ਨੂੰ ਆਰਾਧੀਏ। ਹੋਈਐ ਆਰੋਗ। ਫਿਰ ਪ੍ਰਤੱਖ ਜਿਹੜਾ ਰੋਗ ਹੈ ਜਾਂ ਕਾਮ ਕ੍ਰੋਧ ਆਦਿਕ ਰੋਗਾਂ ਤੋਂ ਰਹਿਤ ਹੋ ਜਾਈਦਾ ਹੈ। ਰਾਮਚੰਦ ਕੀ ਲਸਟਿਕਾ। ਦੇਖੋ ਰਾਮਚੰਦ ਨਾਮੇ ਬ੍ਰਾਹਮਣ ਦੀ ਸੋਟੀ ਨੇ ਜਿਨ ਮਾਰਿਆ ਰੋਗ। ਜਿਸ ਪ੍ਰਹਿਲਾਦ ਦਾ ਹੰਕਾਰ ਰੂਪ ਰੋਗ ਮਾਰਨਾ ਕੀਤਾ। ਹੋਇਆ ਇੰਜ ਜਿਸ ਸਮੇਂ ਵਿਸ਼ਨੂੰ ਜੀ ਨੇ ਨਰਸਿੰਘ ਰੂਪ ਦੇ ਵਿੱਚ ਹਰਨਾਕਸ਼ ਨੂੰ ਮਾਰ ਕੇ ਪ੍ਰਹਿਲਾਦ ਭਗਤ ਨੂੰ ਉਹਦੇ ਪਿਤਾ ਦੀ ਰਾਜਗੱਦੀ ਦੇ ਦਿੱਤੀ ਸੀ। ਉਸ ਸਮੇਂ ਨਰਸਿੰਘ ਅਵਤਾਰ ਆਪ ਅਲੋਪ ਹੋ ਗਿਆ ਤੇ ਪ੍ਰਹਿਲਾਦ ਭਗਤ ਰਾਜ ਕਰਨ ਲੱਗ ਪਿਆ। ਕੁਝ ਸਮਾਂ ਬਤੀਤ ਹੋ ਜਾਣ ਦੇ ਦੈਂਤਾਂ ਨੇ ਪ੍ਰਹਿਲਾਦ ਭਗਤ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਅਸਲ ਦੇ ਵਿੱਚ ਲਾਇਕ ਪੁੱਤਰ ਉਹੀ ਹੁੰਦਾ ਹੈ ਜੋ ਆਪਣੇ ਬਾਪ ਦਾ ਬਦਲਾ ਲਵੇ। ਇੰਜ ਪ੍ਰਹਿਲਾਦ ਉੱਪਰ ਕੁਸੰਗਤ ਦਾ ਅਸਰ ਹੋ ਗਿਆ। ਦੈਂਤ ਕਹਿਣ ਲੱਗੇ ਕਿ ਤੁਹਾਡੇ ਪਿਤਾ ਨੂੰ ਵਿਸ਼ਨੂੰ ਨੇ ਭਰੀ ਸਭਾ 'ਚ ਮਾਰਿਆ, ਤੁਹਾਨੂੰ ਆਪਣੇ ਪਿਤਾ ਦਾ ਬਦਲਾ ਲੈਣਾ ਚਾਹੀਦਾ ਹੈ। ਇਹ ਸੁਣ ਕੇ ਪ੍ਰਹਿਲਾਦ ਉਹਨਾਂ ਦੀ ਸੰਮਤੀ ਵਿੱਚ ਆ ਗਿਆ ਤੇ ਸਾਰੀ ਫੌਜ ਨੂੰ ਤਿਆਰ ਕਰਕੇ ਭਗਵਾਨ ਦੇ ਨਾਲ ਜੰਗ ਕਰਨ ਲਈ ਚੜ੍ਹਾਈ ਕਰ ਦਿੱਤੀ। ਉਧਰ ਭਗਵਾਨ ਨੇ ਸੋਚਿਆ ਕਿ ਮੇਰੇ ਭਗਤ ਨੂੰ ਕੁਸੰਗਤ ਦੇ ਅਸਰ ਕਰਕੇ ਹੰਕਾਰ ਹੋ ਗਿਆ ਹੈ। ਇਸ ਲਈ ਉਹਦੇ ਹੰਕਾਰ ਨੂੰ ਤੋੜਨਾ ਚਾਹੀਦਾ ਹੈ, ਉਹਦੀ ਹੰਕਾਰ ਦੀ ਨਿਵਰਤੀ ਕਰਨੀ ਚਾਹੀਦੀ ਹੈ। ਇਹ ਵਿਚਾਰ ਕੇ ਭਗਵਾਨ ਜੀ ਇੱਕ ਰਾਮਚੰਦਰ ਨਾਮੇ ਬ੍ਰਿਧ ਬ੍ਰਾਹਮਣ ਦਾ ਰੂਪ ਧਾਰਨ ਕਰਕੇ ਹੱਥ ਦੇ ਵਿੱਚ ਸੋਟੀ ਧਾਰਨ ਕਰਕੇ ਸੋਟੀ ਪਕੜ ਕੇ ਪ੍ਰਹਿਲਾਦ ਦੇ ਰਸਤੇ ਵਿੱਚ ਖੜ ਗਏ। ਬ੍ਰਿਧ ਬ੍ਰਾਹਮਣ ਦੇ ਰੂਪ ਦੇ ਵਿੱਚ ਭਗਵਾਨ ਨੇ ਪ੍ਰਹਿਲਾਦ ਨੂੰ ਪੁੱਛਿਆ ਕਿ ਹੇ ਰਾਜਨ, ਤੁਸੀਂ ਫੌਜਾਂ ਸਮੇਤ ਕਿੱਥੇ ਜਾ ਰਹੇ ਹੋ? ਤਾਂ ਪ੍ਰਹਿਲਾਦ ਨੇ ਕਿਹਾ ਕਿ ਵਿਸ਼ਨੂੰ ਭਗਵਾਨ ਨੇ ਮੇਰੇ ਪਿਤਾ ਨੂੰ ਮਾਰ ਸੁੱਟਿਆ ਸੀ, ਮੈਂ ਉਹਦੇ ਕੋਲੋਂ ਆਪਣੇ ਪਿਤਾ ਦੀ ਮੌਤ ਦਾ ਬਦਲਾ ਲੈਣ ਜਾ ਰਿਹਾ। ਬ੍ਰਿਧ ਬ੍ਰਾਹਮਣ ਜੋ ਕਿ ਵਿਸ਼ਨੂੰ ਹੀ ਸੀਗਾ, ਉਹਨੇ ਕਿਹਾ ਕਿ ਉਸ ਭਗਵਾਨ ਜਿਹੜਾ ਇਹ ਬ੍ਰਿਧ ਬ੍ਰਾਹਮਣ ਸੀਗਾ, ਇਹਨੇ ਕਿਹਾ ਕਿ ਉਸ ਭਗਵਾਨ ਨੇ ਮੇਰੇ ਪਿਤਾ ਨੂੰ ਵੀ ਮਾਰਿਆ। ਜੇ ਤੇਰੇ ਨੂੰ ਮਾਰਿਆ ਤੇ ਮੇਰੇ ਪਿਓ ਨੂੰ ਵੀ ਮਾਰਿਆ, ਮੈਂ ਵੀ ਉਹਦੇ ਕੋਲੋਂ ਬਦਲਾ ਲੈਣਾ ਚਾਹੁੰਦਾ ਤੇ ਮੈਨੂੰ ਵੀ ਤੂੰ ਆਪ ਦੇ ਨਾਲ ਲੈ ਚੱਲ। ਪ੍ਰਹਿਲਾਦ ਨੇ ਕਿਹਾ ਵੀ ਚਲੋ ਜੀ, ਤੁਹਾਨੂੰ ਅਸੀਂ ਆਪਣੇ ਨਾਲ ਹੀ ਲੈ ਚੱਲਦੇ ਹਾਂ। ਜਦੋਂ ਤੁਰਨ ਲੱਗੇ ਤਾਂ ਬ੍ਰਾਹਮਣ ਰੂਪ ਦੇ ਵਿੱਚ ਭਗਵਾਨ ਨੇ ਆਪਣੇ ਹੱਥ ਵਿੱਚ ਫੜੀ ਸੋਟੀ ਹੇਠਾਂ ਸੁੱਟ ਦਿੱਤੀ ਜਾਣ ਕੇ ਤੇ ਪ੍ਰਹਿਲਾਦ ਨੂੰ ਕਿਹਾ ਕਿ ਮੇਰਾ ਸਰੀਰ ਬਿਰਧ ਹੈ, ਤੁਸੀਂ ਕਿਰਪਾ ਕਰਕੇ ਆਪਣੇ ਕਿਸੇ ਸੈਨਿਕ ਨੂੰ ਕਹਿ ਕੇ ਤੇ ਮੇਰੀ ਸੋਟੀ ਚੁੱਕ ਕੇ ਮੈਨੂੰ ਪਕੜਾ ਦੇਵੋ। ਤਦ ਪ੍ਰਹਿਲਾਦ ਨੇ ਆਪਣੇ ਇੱਕ ਦੋ ਸਿਪਾਹੀਆਂ ਨੂੰ
ਬਿਰਧ ਬ੍ਰਾਹਮਣ ਦੀ ਸੋਟੀ ਚੁੱਕਣ ਲਈ ਗਿਆ, ਪਰ ਉਹਨਾਂ ਕੋਲੋਂ ਸੋਟੀ ਚੁੱਕੀ ਨਾ ਗਈ। ਫਿਰ ਹੋਰ ਵੱਡੇ ਵੱਡੇ ਸੂਰਮੇ ਉਹ ਸੋਟੀ ਨੂੰ ਚੁੱਕਣ ਲਈ ਆਏ, ਪਰ ਉਹ ਸੋਟੀ ਕਿਸੇ ਕੋਲੋਂ ਵੀ ਚੁੱਕੀ ਨਾ ਜਾਵੇ। ਫਿਰ ਪ੍ਰਹਿਲਾਦ ਆਪ ਉਹ ਸੋਟੀ ਨੂੰ ਚੁੱਕਣ ਲਈ ਆਇਆ, ਪਰ ਨਿੱਕੀ ਜਿਹੀ ਸੋਟੀ ਉਹਦੇ ਕੋਲੋਂ ਵੀ ਚੁੱਕੀ ਨਾ ਗਈ। ਤਦ ਭਗਵਾਨ ਰੂਪ ਦੇ ਵਿੱਚ ਉਸ ਬਿਰਧ ਬ੍ਰਾਹਮਣ ਨੇ ਪ੍ਰਹਿਲਾਦ ਨੂੰ ਕਿਹਾ, ਹੀ ਰਾਜਨ, ਤੁਹਾਡੀ ਸਾਰੀ ਸੈਨਾ ਕੋਲੋਂ ਮੇਰੀ ਨਿੱਕੀ ਜਿਹੀ ਸੋਟੀ ਚੁੱਕੀ ਨਹੀਂ ਗਈ, ਫਿਰ ਤੁਸੀਂ ਉਸ ਬਲੀ ਭਗਵਾਨ ਨਾਲ ਜੰਗ ਕਿਵੇਂ ਕਰ ਸਕਦੇ ਹੋ? ਇਹ ਸੁਣ ਕੇ ਪ੍ਰਹਿਲਾਦ ਦਾ ਹੰਕਾਰ ਟੁੱਟ ਗਿਆ। ਤਦੋਂ ਭਗਵਾਨ ਨੇ ਸਾਖਿਆਤ ਹੋ ਕੇ ਪ੍ਰਹਿਲਾਦ ਨੂੰ ਦਰਸ਼ਨ ਦਿੱਤੇ ਤੇ ਆਪਣੇ ਕੰਠ ਦੇ ਨਾਲ ਲਾ ਲਿਆ। ਇਉਂ ਜਿਹੜਾ ਰਾਮਚੰਦਰ ਅੱਖਰ ਹੈ, ਇਹ ਸ੍ਰੀ ਰਾਮਚੰਦਰ ਦਾ ਨਹੀਂ ਗਾ ਜੋ ਸੀਤਾ ਦਾ ਘਰ ਵਾਲਾ ਸੀ, ਲਛਮਣ ਦਾ ਵੱਡਾ ਭਰਾ, ਦਸ਼ਰਥ ਦਾ ਪੁੱਤਰ। ਕਈ ਵਾਰ ਇਹ ਰਾਮਚੰਦਰ ਅੱਖਰ ਸੁਣ ਕੇ ਸੋਚੀਦਾ ਵੀ ਉਹਦੇ ਹੱਥ 'ਚ ਤਾਂ ਤੀਰ ਕਮਾਨ ਸੀਗਾ, ਸੋਟੀ ਤਾਂ ਹੈ ਹੀ ਨਹੀਂ ਸੀ, ਇਹ ਸੋਟੀ ਕਿੱਧਰੋਂ ਆ ਗਈ? ਇਹ ਰਾਮਚੰਦਰ ਅੱਖਰ ਬਿਰਧ ਬ੍ਰਾਹਮਣ ਦਾ ਨਾਮ ਰਖਾਇਆ ਸੀ। ਵਿਸ਼ਨੂੰ ਭਗਵਾਨ ਨੇ ਹੀ ਬਿਰਧ ਬ੍ਰਾਹਮਣ ਦਾ ਰੂਪ ਧਾਰ ਕੇ ਰਾਮਚੰਦਰ ਨਾਮ ਰਖਾਇਆ ਤੇ ਸੋਟੀ ਨੂੰ ਧਾਰਨ ਕਰਕੇ ਹੱਥੋਂ ਸੁੱਟ ਕੇ ਪ੍ਰਹਿਲਾਦ ਦਾ ਹੰਕਾਰ ਤੋੜਿਆ। ਇੰਜ ਸਹਿ ਫਰਮਾਉਂਦੇ ਹਨ। ਰਹਾਉ ਵਿਸ਼ਰਾਮ ਵਾਲੀ ਇਹ ਪੰਕਤੀ ਹੈ। ਰਾਮਚੰਦ ਕੀ ਲਸਟਿਕਾ, ਰਾਮ ਰਮਿਆ ਹੋਇਆ ਹੈ। ਚੰਦ ਪ੍ਰਕਾਸ਼ ਰੂਪ ਜਿਹੜਾ ਪਰਮੇਸ਼ਰ, ਉਹਦੀ ਭਗਤੀ ਰੂਪ ਜਿਹੜੀ ਲਸ਼ਟਕਾ ਲਾਠੀ ਇਤਨੀ ਬਲੀ ਹੈ। ਜਿਨ ਮਾਰਿਆ ਰੋਗ, ਜਿਸ ਨੇ ਅਗਿਆਨ ਦਾ ਜੰਮਣ ਮਰਨ ਦਾ ਰੋਗ ਇਹ ਮਾਰ ਕੇ ਨਿਵਰਤ ਕਰ ਦਿੱਤਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਗੁਰ ਪੂਰਾ ਹਰ ਜਾਪੀਐ, ਇਹ ਭਾਈ ਪੂਰਨ ਗੁਰਾਂ ਦੁਆਰਾ ਹਰੀ ਪਰਮੇਸ਼ਰ ਨੂੰ ਜਪਣਾ ਕਰੀਏ। ਨਿਤ ਕੀਚੈ ਭੋਗ, ਤਦੋਂ ਹੀ ਨਿਤਾ ਪ੍ਰਤੀ ਦੇ ਆਨੰਦ ਨੂੰ ਮੰਨਣਾ ਕਰੀਦਾ ਹੈ, ਜਾਂ ਮਨ ਤਨ ਅਰਪਣ ਰੂਪ ਭੋਗ ਲਵਾਉਣਾ ਚਾਹੀਦਾ ਹੈ। ਸਾਧ ਸੰਗਤ ਕੈ ਵਾਰਣੈ, ਸਾਧ ਸੰਗਤ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੇ ਉੱਪਰੋਂ ਬਲਿਹਾਰ ਜਾਈਏ। ਵਾਰਨ ਬਰਿਹਾਰਨ ਲੱਖ ਬਰੀਆ, ਨਾਮੋ ਹੋ ਨਾਮ ਸਾਹਿਬ ਕੋ ਪ੍ਰਾਨ ਅਧਰੀਆ। ਮਹਾਰਾਜ ਦਾ ਨਾਮ ਉਸ ਵਾਹਿਗੁਰੂ ਤੋਂ, ਨਾਮ ਜਪਣ ਵਾਲਿਆਂ ਤੋਂ ਬਲਿਹਾਰ ਜਾਈਏ। ਬਲਿਹਾਰੇ ਜਾਉ ਜੇਤੇ ਤੇਰੇ ਨਾਮ ਹੈ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਤੇਰੇ ਨਾਮ ਤੋਂ, ਤੇਰੇ ਸਰੂਪ ਤੋਂ ਨਾਮ ਜਪਣ ਵਾਲੇ ਸੰਤ ਹਉ ਕੁਰਬਾਨ ਜਾਉ ਮਿਹਰਬਾਨ, ਹਉ ਕੁਰਬਾਨ ਜਾਉ, ਹਉ ਕੁਰਬਾਨ ਜਾਉ ਤਿਨਾ ਕੈ ਲੈਣ ਜੋ ਤੇਰਾ ਨਾਉ, ਲੈਣ ਜੋ ਤੇਰਾ ਨਾਉ ਤਿਨਾ ਕੈ ਹਉ ਸਦ ਕੁਰਬਾਨ ਜਾਉ। ਪੜੋ ਜੀ ਅੱਗੇ। ਮਿਲਿਆ ਸੰਜੋਗ, ਜਿਸ ਕਰਕੇ ਪਰਮੇਸ਼ਰ ਦੇ ਮਿਲਾਪ ਨਾਲ ਮਿਲਿਆ ਜਾਂਦਾ, ਜਾਂ ਸੰਗ ਦਾ ਮਿਲਾਪ ਪੂਰਬਲੇ ਪੁੰਨਾਂ ਦੇ ਸੰਜੋਗ ਕਰਕੇ ਮਿਲਦਾ, ਉਹ ਸੰਗਤ ਤੋਂ ਬਲਿਹਾਰ ਜਾਈਏ। ਬਲਿਹਾਰ ਦਾ ਮਤਲਬ ਕੀ ਆ? ਬਲ ਦਾ ਅਰਥ ਹੈ ਆਪਦੇ ਸਰੀਰ ਦਾ ਬਲ, ਤੇ ਦੂਸਰਾ ਹੈ ਜੋ ਸਾਡੇ ਪਾਸ ਪੈਸਾ ਹੈ, ਪੈਸੇ ਦਾ ਬਲ, ਤੇ ਤੀਸਰਾ ਹੈ ਸਾਡੇ ਭਰਾਵਾਂ ਦਾ ਬਲ, ਵੀ ਮੇਰੇ ਇੰਨੇ ਭਰਾ ਤਗੜੇ ਨੇ। ਖਾਸ ਕਰਕੇ ਮਾਈਆਂ ਬੀਬੀਆਂ ਨੂੰ ਇਹ ਹੰਕਾਰ ਹੁੰਦਾ ਹੈ ਵੀ ਮੇਰੇ ਭਰਾ ਇੰਝ ਤੇ ਮੇਰੇ ਭਰਾ ਉਂਝ, ਤੇ ਆਮ ਵੀ ਮਨੁੱਖ ਨੂੰ ਹੈ ਵੀ ਇੰਨੇ ਮੇਰੇ ਭਰਾ, ਇੰਨਾ ਬਲ, ਮਾਣ ਹੋਣਾ ਚਾਹੀਦਾ। ਪਰ ਇਹ ਇੱਕ ਮੈਂ ਬਲ ਦੀ ਗੱਲ ਕਹਿ ਰਿਹਾ ਹਾਂ, ਕਿਉਂਕਿ ਔਖੀ ਵੇਲੇ ਆਪ ਦੀ ਸਹਾਇਤਾ ਕਰਦੇ ਨੇ, ਤੇ ਇਸ ਲਈ ਇਹ ਮੈਂ ਬਲ ਦੀ ਵਿਆਖਿਆ ਕਰ ਰਿਹਾ ਵੀ ਬਲ ਕੀ ਹੈ। ਭਰਾਵਾਂ ਦਾ ਬਲ, ਸਕੇ ਸੋਧਰਿਆਂ ਦਾ ਬਲ। ਫਿਰ ਅੱਜ ਕੱਲ੍ਹ ਜਿਹੜੀਆਂ ਪਾਰਟੀਆਂ ਬਣੀਆਂ ਹੋਈਆਂ ਨੇ, ਕੋਈ ਕੋਈ ਹੈ, ਕੋਈ ਕੋਈ ਹੈ, ਉਹ ਆਪਦੀ ਜਿਹੜੀ ਪਾਰਟੀ ਜਾਂ ਧੜਾ ਬਣਾਇਆ ਹੋਇਆ ਉਹਦਾ ਬਲ ਹੈ,
ਇੰਜ ਕਈ ਪ੍ਰਕਾਰ ਦਾ ਬਲ ਹੈ, ਪਰ ਸੰਗਤ ਦੇ ਵਿੱਚ ਨਾ ਤਾਂ ਆਪ ਦੇ ਬਲ ਦਾ ਹੰਕਾਰ ਕਰਨਾ ਕਿ ਮੇਰੇ ਵਿੱਚ ਇੰਨਾ ਬਲ ਹੈ, ਨਾ ਆਪ ਦੇ ਪੈਸੇ ਦਾ ਹੰਕਾਰ ਕਰਨਾ ਕਿ ਮੇਰੇ ਕੋਲ ਇੰਨਾ ਪੈਸਾ ਹੈ, ਨਾ ਆਪ ਦੇ ਭਰਾਵਾਂ ਸਕੇ ਸੰਬੰਧੀਆਂ ਦਾ ਹੰਕਾਰ ਕਰਨਾ, ਅਤੇ ਨਾ ਹੀ ਆਪ ਦੇ ਧੜੇ ਪਾਲਟੀਬਾਜ਼ੀ ਵਿੱਚ ਪੈ ਕੇ ਸੰਗਤ ਅੱਗੇ ਹੰਕਾਰ ਸਹਿਤ ਬੋਲਣਾ। ਸੰਗਤ ਰੱਬ ਦਾ ਰੂਪ ਹੁੰਦੀ ਹੈ। ਇਹ ਤਾਂ ਮਾਤੜ ਤਾਤੜ ਵਿਚਾਰੇ ਚੌਂਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਕਰਨ ਵਾਲੇ ਨੇ, ਰੱਬ ਦੇ ਆਸਰੇ ਵਾਲੇ। ਇਹਨਾਂ ਤੋਂ ਆਪਾਂ ਕੀ ਲੈ ਸਕਦੇ ਹਾਂ ਦੱਸੋ? ਇਹਨਾਂ ਦਾ ਪਹਿਲਾਂ ਹੀ ਸਭ ਕੁਝ ਲੁਟਾਇਆ ਹੋਇਆ, ਆਪਦੇ ਕੋਲ ਰੱਖਿਆ ਹੀ ਕੁਛ ਨਹੀਂ। ਵੈਰ ਤਾਂ ਉਸ ਬੰਦੇ ਨਾਲ ਕਰੇ ਜਿਹਦੇ ਪੱਲੇ ਕੁਛ ਹੈ। ਇਹ ਤਾਂ ਆਪ ਦਾ ਆਪ ਪਹਿਲਾਂ ਹੀ ਲੁਟਾਈ ਬੈਠੇ ਨੇ। ਆਹ ਸ਼ਹੀਦ ਸਿੰਘ ਵੇਖੋ, ਸਰੀਰ ਵੀ ਰੱਬ ਨੇ ਦਿੱਤਾ, ਉਹ ਵੀ ਰੱਬ ਅੱਗੇ ਰੱਖ ਕੇ ਮੱਥਾ ਟੇਕਤਾ। ਇਹਨਾਂ ਦੇ ਨਾਲ ਲੜ ਕੇ ਆਪਾਂ ਕੀ ਲਾਂਗੇ? ਸਗੋਂ ਪੈਰ ਫੜ ਕੇ ਅਰਦਾਸ ਕਰਕੇ ਸਭ ਕੁਝ ਮਿਲ ਸਕਦਾ ਹੈ, ਕਿਉਂਕਿ ਸੰਗਤ ਵਿੱਚ ਪਰਮਾਤਮਾ ਦੀ ਬਰਕਤ ਵੱਸਦੀ ਹੈ। ਜਿਹੜਾ ਇਹਨਾਂ ਦੇ ਕੋਲੋਂ ਅਰਦਾਸ ਕਰਾਉਂਦਾ, ਵੱਡੇ ਵੱਡੇ ਕਾਰਜ ਉਹਦੇ ਪੂਰੇ ਹੁੰਦੇ ਨੇ, ਦੁੱਖ ਕਲੇਸ਼ ਕੱਟੇ ਜਾਂਦੇ ਨੇ। ਇਸ ਲਈ ਸੰਗਤ ਅੱਗੇ ਆਪ ਦਾ ਬਲ ਹਾਰ ਜਾਈਏ। ਸਾਧ ਸੰਗਤ ਕਹਿ ਵਾਰਨ। ਇਹ ਤੋਂ ਆਪਣਾ ਸਾਰਾ ਕੁਛ, ਪੈਸਾ ਵੀ ਕੁਰਬਾਨ ਕਰ ਦਈਏ, ਸਰੀਰ ਦਾ ਬਲ ਵੀ ਕੁਰਬਾਨ ਕਰ ਦਈਏ, ਹੰਕਾਰ ਰੂਪੀ ਜਿਹੜਾ ਬਲ ਹੈ ਇਹਨੂੰ ਕੁਰਬਾਨ ਕਰਕੇ ਸੰਗਤ ਦੇ ਚਰਨਾਂ ਦੀ ਧੂੜ ਬਣ ਕੇ ਰਹੀਏ। ਮਿਲਿਆ ਸੰਜੋਗ, ਸੰਗਤ ਦਾ ਮਿਲਾਪ। ਪਿਛਲੇ ਕਿਤੇ ਪੁੰਨ ਕਰਮ ਆਪਾਂ ਕੀਤੇ ਨੇ, ਇਸ ਕਰਕੇ ਸਾਨੂੰ ਮਿਲਾਪ ਮਿਲਿਆ। ਨਹੀਂ ਤਾਂ ਆਹ ਕਿਆ ਸੋਹਣਾ ਗੁਰਦੁਆਰਾ, ਇਹ ਐਵੇਂ ਤਾਂ ਪ੍ਰਾਪਤ ਹੋਇਆ ਨਹੀਂ। ਕੁਝ ਨਾ ਕੋਈ ਪੁੰਨ ਸਾਡਾ ਅੱਗੇ ਆਇਆ ਅਤੇ ਮਹਾਰਾਜ ਨੇ ਕਿਰਪਾ ਕੀਤੀ। ਇਹਦੇ ਦਰਸ਼ਨ ਹੀ ਬੜੇ ਅਮੋਲਕ ਨੇ। ਵਿੱਚ ਬੈਠਣਾ ਅਤੇ ਭਾਗਾਂ ਦੀ ਨਿਸ਼ਾਨੀ ਹੈ। ਫਿਰ ਕਥਾ ਕੀਰਤਨ ਦਾ ਆਨੰਦ ਮਾਣਨਾ, ਇਹ ਤਾਂ ਹੋਰ ਵੀ ਉੱਤਮ ਭਾਗਾਂ ਦੀ ਨਿਸ਼ਾਨੀ ਹੈ। ਪਾਤਸ਼ਾਹ ਜੀ ਦਾ ਬਚਨ ਹੈ ਕਿ ਹੋਰ ਵੱਡੇ ਭਾਗ ਬਣਾਓ। ਊਤਮ ਕਥਾ ਸੁਨੀਜੈ ਸਰਵਣੀ। ਅਰਦਾਸ ਕਰੋ ਕਿ ਆਪ ਦੀ ਉੱਤਮ ਕਥਾ ਇਸ ਗੁਰੂ ਘਰ 'ਚ ਬੈਠ ਕੇ ਅਸੀਂ ਸੁਣਦੇ ਰਹੀਏ। ਮਇਆ ਕਰੋ ਭਗਵਾਨ। ਹੇ ਭਗਵਾਨ ਸਾਡੇ ਦੀ ਕਿਰਪਾ ਕਰੋ। ਜਿਸ ਸਿਮਰਤ ਸੁਖ ਪਾਈਐ। ਜਿਸ ਪਰਮਾਤਮਾ ਦੇ ਨਾਮ ਨੂੰ ਸਿਮਰਦਿਆਂ ਆਤਮਿਕ ਆਨੰਦ ਪਾ ਲਈਦਾ ਹੈ। ਬਿਨਸੈ ਵਿਯੋਗ। ਅਤੇ ਜਨਮਾਂ ਜਨਮਾਤਰਾਂ ਦਾ ਜਿਹੜਾ ਰੱਬ ਨਾਲੋਂ ਵਿਛੋੜਾ ਪਿਆ ਉਹ ਵੀ ਨਾਸ਼ ਹੋ ਜਾਂਦਾ ਹੈ। ਨਾਨਕ ਪ੍ਰਭ ਸਰਨਾਗਤੀ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਕਿ ਅਸੀਂ ਪਰਮਾਤਮਾ ਦੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਏ ਹਾਂ। ਕਰਨ ਕਾਰਨ ਜੋਗ। ਜੋ ਸਭ ਸ੍ਰਿਸ਼ਟੀ ਨੂੰ ਉਤਪੰਨ ਕਰਨ ਵਾਲਾ ਤੇ ਕਾਰਨ ਰੂਪ ਜਾਂ ਸਭ ਕਾਰਜਾਂ ਦੇ ਕਰਨ ਲਾਇਕ ਹੈ। ਰਾਗ ਬਿਲਾਵਲ। ਰਾਗ ਦਾ ਨਾਮ ਹੈ ਬਿਲਾਵਲ। ਬਿਲਾਵਲ ਤਬ ਹੀ ਕੀਜੀਐ ਜਬ ਮੁਖ ਹੋਵੇ ਰਾਮ। ਮਹਲਾ ਪੰਜਵਾ। ਸੋ ਇਹਦੇ ਅੱਖਰੀ ਅਰਥ ਹਨ ਆਨੰਦ। ਇਸ ਬਿਲਾਵਲ ਰਾਗ ਵਿੱਚ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਸ਼ਬਦ ਉਚਾਰ ਰਹੇ ਨੇ। ਦੋ ਪਦੇ ਘਰ ਪੰਜਵਾ। ਪੰਜਵੇਂ ਘਰ ਦੇ ਦੋ ਦੋ ਪਦਿਆਂ ਵਾਲੇ ਸ਼ਬਦ ਆ ਰਹੇ ਹਨ। ਇੱਕ ਓੰਕਾਰ। ਇੱਕ ਅਦੁੱਤੀ ਪਰਮੇਸ਼ਰ ਹੈ। ਮਨੁੱਖਾਂ ਵਰਗੇ ਮਨੁੱਖ ਨੇ, ਬੀਬੀਆਂ ਵਰਗੀਆਂ ਬੀਬੀਆਂ, ਪਸ਼ੂਆਂ ਵਰਗੇ ਪਸ਼ੂ, ਪੰਛੀਆਂ ਵਰਗੇ ਪੰਛੀ, ਪਰ ਰੱਬ ਵਰਗਾ ਹੋਰ ਕੋਈ ਰੱਬ ਨਹੀਂ। ਉਹਨੂੰ ਇੱਕ ਅਦੁੱਤੀ ਕਿਹਾ। ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਸਤਿਗੁਰ ਪ੍ਰਸਾਦ। ਜੋ ਸਤਿਗੁਰਾਂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ। ਅਵਰ ਉਪਾਵ ਸਭ ਤਿਆਗਿਆ। ਜਿਸ ਮੌਕੇ ਬਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬੁਖਾਰ ਸਤਿਗੁਰੂ ਅਰਜਨ ਦੇਵ ਮਹਾਰਾਜ ਨੇ ਸਤਿਨਾਮ ਵਾਹਿਗੁਰੂ ਦਾ ਸਿਮਰਨ ਕਰਕੇ ਔਰ ਆਪਣਾ ਕਿਰਪਾ ਰੂਪੀ ਹੱਥ ਫੇਰ ਕੇ ਉਤਾਰ ਦਿੱਤਾ ਸੀ, ਤਦੋਂ ਸਿੱਖਾਂ ਦੇ ਸੁੱਖ ਸੰਦ ਪੁੱਛਣ ਤੋਂ ਇਹ ਮਹਾਰਾਜ ਨੇ ਸ਼ਬਦ ਉਚਾਰਿਆ ਕਿ ਹੇ ਗੁਰਸਿੱਖੋ ਅਵਰ ਉਪਾਵ। ਹੋਰ ਜਿਹੜੀ ਦਵਾਈ ਬੂਟੀ ਆਦਿਕ ਦੇ ਸਾਰੇ ਯਤਨ ਨੇ, ਕਈ ਟੂਣੇ ਟਾਮਣਾਂ ਦੇ ਚੱਕਰਾਂ 'ਚ ਪੈ ਜਾਂਦੇ ਨੇ, ਅਤੇ ਇਹ ਸਭ ਤਿਆਗੀ ਆ।
ਅਸੀਂ ਇਹਨੂੰ ਤਿਆਗ ਛੱਡਿਆ ਹੈ। ਦਾਰੂ ਨਾਮ ਲਿਆ। ਸਾਹਿਬਜ਼ਾਦੇ ਦੇ ਸਰੀਰ ਨੂੰ ਤੰਦਰੁਸਤ ਕਰਨ ਲਈ ਕੇਵਲ ਨਾਮ ਦੀ ਹੀ ਦਾਰੂ ਦਵਾਈ ਨੂੰ ਲੈਣਾ ਕੀਤਾ ਹੈ। ਇਸੇ ਪ੍ਰਕਾਰ ਅਵਰ ਉਪਾਵ ਸਭ ਤਿਆਗਿਆ। ਹੋਰ ਸਾਧਨਾਂ ਦੇ ਸਾਰੇ ਉਪਾਵ ਛੱਡ ਦਿੱਤੇ ਹਨ। ਦਾਰੂ ਨਾਮ ਲਿਆ। ਪਰ ਕੇਵਲ ਪਰਮੇਸ਼ਰ ਦੇ ਨਾਮ ਰੂਪ ਦਾਰੂ ਦਵਾਈ ਨੂੰ ਹੀ ਲੈਣਾ ਕੀਤਾ ਹੈ। ਤਾਪ ਪਾਪ ਸਭ ਮਿਟੇ ਤੇ ਮਿਟੇ ਰੋਗ। ਜਿਸ ਕਰਕੇ ਆਦਿ ਵਿਆਧੀ ਉਪਾਧੀ ਆਦਿਕ ਤਿੰਨੇ ਤਾਪ, ਆਦਿ ਮਨ ਦੀ ਚਿੰਤਾ, ਵਿਆਧੀ ਸਰੀਰਕ ਬਿਮਾਰੀਆਂ ਤੇ ਉਪਾਧੀ ਲੜਾਈ ਝਗੜਾ ਕਲੇ ਕਲੇਸ਼ ਆਦਿਕ, ਇਹ ਤਿੰਨ ਤਾਪ, ਤੀਨੇ ਤਾਪ ਨਿਵਾਰਨ ਹਾਰਾ, ਦੁਖ ਹੰਤਾ ਸੁਖ ਰਾਸ, ਤਾਕੋ ਵਿਘਨ ਕੋ ਲਾਗੈ, ਜਾ ਕੀ ਪ੍ਰਭ ਆਗੇ ਅਰਦਾਸ। ਇਹ ਤਾਪ ਵੀ ਮਿਟ ਗਏ। ਪਾਪ ਗੁਨਾਹ ਹੰਕਾਰ ਆਦਿਕ ਦੇ ਰੋਗ ਇਹ ਸਾਰੇ ਨਿਵਰਤ ਹੋ ਗਏ ਹਨ। ਸੀਤਲ ਮਨ ਪਿਆ। ਔਰ ਅੰਮ੍ਰਿਤ ਨਾਮ ਦੀ ਬਖਸ਼ਿਸ਼ ਕਰਕੇ ਜੋ ਮਨ ਹਿਰਦਾ ਇਹ ਵੀ ਵਿਕਾਰਾਂ ਦੀ ਤਪਸ਼ ਤੋਂ ਰਹਿਤ ਹੋ ਕੇ ਠੰਡਾ ਠਾਰ ਹੋ ਗਿਆ ਹੈ। ਗੁਰ ਪੂਰਾ ਆਰਾਧਿਆ। ਅਸੀਂ ਪੂਰੇ ਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਆਰਾਧਿਆ ਹੈ। ਸਗਲਾ ਦੁੱਖ ਗਿਆ। ਜਿਸ ਕਰਕੇ ਅਗਿਆਨ ਆਦਿਕ ਦਾ ਸਾਰਾ ਦੁੱਖ ਕਸ਼ਟ ਚਲਿਆ ਗਿਆ, ਨਿਵਰਤ ਹੋ ਗਿਆ ਹੈ। ਰਾਖਣ ਹਾਰੈ ਰਾਖਿਆ। ਸੋ ਰੱਖਣਹਾਰ ਵਾਹਿਗੁਰੂ ਜੀ ਨੇ ਆਪਦੇ ਸੇਵਕਾਂ ਨੂੰ ਵਿਕਾਰਾਂ ਤੋਂ ਬਚਾ ਕੇ ਰੱਖ ਲੈਣਾ ਕੀਤਾ ਹੈ। ਆਪਣੀ ਕਰ ਮਇਆ। ਆਪਦੀ ਮਇਆ ਮਿਹਰ ਕਰਕੇ ਰੱਖਿਆ ਕਰਨ ਵਾਲੀ ਵਾਹਿਗੁਰੂ ਨੇ ਆਪਣੇ ਸੇਵਕਾਂ ਨੂੰ ਵਿਕਾਰਾਂ ਤੋਂ ਬਚਾ ਕੇ ਰੱਖਣਾ ਕੀਤਾ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਹਨ। ਬਾਹ ਪਕੜ ਪ੍ਰਭ ਕਾਢਿਆ। ਪਰਮੇਸ਼ਰ ਨੇ ਆਪਣੇ ਸੇਵਕਾਂ ਦੀ ਪ੍ਰਤੱਖ ਬਾਂਹ ਫੜ ਕੇ ਜਿਹਨੂੰ ਆਪਣਾ ਬਣਾ ਲਏ, ਜਿਵੇਂ ਭਾਈ ਜੋਗਾ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਾਂਹ ਤੋਂ ਫੜ ਕੇ ਕੱਢਿਆ, ਪ੍ਰਤੱਖ ਦਬਕਾ ਮਾਰਿਆ। ਉਹ 3 ਵਜੇ ਦਾ ਸਮਾਂ ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਤੋਂ ਗੁਰੂ ਕਲਗੀਆਂ ਵਾਲੇ ਦਾ ਸਿੱਖ ਜਾਪਦਾ ਹੈ ਤੇ ਤੂੰ ਪੌੜੀਆਂ ਕਿੱਧਰ ਦੀਆਂ ਚੜ੍ਹ ਰਹੀਆਂ ਹੈ, ਤੈਨੂੰ ਸਮਝ ਨਹੀਂ ਆਉਂਦੀ। ਸਾਰੀ ਰਾਤ ਮੈਂ ਤੇਰੇ ਨਾਲ ਖੱਪ ਗਿਆ ਵੀ ਤੂੰ ਨਹੀਂ ਇੱਧਰ ਜਾ ਸਕਦਾ, ਤੇਰਾ ਰਸਤਾ ਹੀ ਨਹੀਂ ਹੈ, ਤੇਰਾ ਰਸਤਾ ਉਹ ਹੈ ਆਨੰਦਪੁਰ ਨੂੰ ਜਿਹੜਾ ਜਾਂਦਾ। ਫਿਰ ਅਕਲ ਟਿਕਾਣੀ ਆਈ। ਇਉਂ ਗੁਰੂ ਦੀ ਜੇ ਲੋੜ ਹੋਵੇ, ਗੁਰੂ ਵੀ ਅਜਿਹਾ ਹੋਵੇ ਜੈਸੇ ਦਸ਼ਮੇਸ਼ ਮਾਤਾ ਗੁਜਰੀ ਦੇ ਲਾਲ ਜੀ ਵਾਰ ਪਰਿਵਾਰ ਚਾਰੇ ਬੱਚਿਆਂ ਕੋ ਹਾਈ ਦੇਵੇ, ਦੇਸ਼ ਕੌਮ ਵਾਸਤੇ ਕੁਰਬਾਨ ਬਾਲ ਬਾਲ ਜੀ ਅੰਮ੍ਰਿਤ ਦਾ ਸੋਮਾ ਹੋਵੇ, ਤਪਦਿਆਂ ਨੂੰ ਠਾਰ ਦੇਵੇ, ਸੰਤਾਂ ਦਾ ਸਹਾਈ ਤੇ ਪਿਆਰਿਆਂ ਦੀ ਢਾਲ ਜੀ ਸਾਰੀ ਰਾਤ ਪਹਿਰਾ ਦੇਵੇ, ਆਪ ਚੌਂਕੀਦਾਰ ਹੋ ਕੇ ਪਾਪ ਅੱਗ ਵਿੱਚੋਂ ਲਵੇ ਸਿੱਖ ਨੂੰ ਨਿਕਾਲ ਜੀ। ਕਿੰਨੀਆਂ ਸੋਹਣੀਆਂ ਪੰਕਤੀਆਂ ਨੇ, ਪਰ ਜਿਹਨੇ ਉਚਾਰੀਆਂ ਨੇ ਉਹਨੇ ਆਪ ਦਾ ਨਾਮ ਨਹੀਂ ਲਿਖਿਆ। ਕਿੰਨੀ ਨਿਮਰਤਾ ਹੋਏਗੀ ਉਸ ਮਹਾਂਪੁਰਖ 'ਚ। ਸੋ ਇਹ ਮੰਨਿਆ ਜਾਂਦਾ ਹੈ ਕਿ ਜਿਹੜੀਆਂ ਪੰਕਤੀਆਂ ਨੇ ਭਿੰਡਰਾਂ ਵਾਲੇ ਸੰਤ 11ਵੇਂ ਮੁਖੀ ਟਕਸਾਲ ਦੇ ਸੰਤ ਸੁੰਦਰ ਸਿੰਘ ਜੀ ਖਾਲਸਾ ਉਹਨਾਂ ਦੀਆਂ ਉਚਾਰੀਆਂ ਲਿਖੀਆਂ ਹੋਈਆਂ ਹਨ ਕਲਗੀਧਰ ਮਹਾਰਾਜ ਦੀ ਮਹਿਮਾ ਦੇ ਵਿੱਚ। ਸੋ ਬਾਂਹ ਤੋਂ ਫੜ ਕੇ ਪ੍ਰਤੱਖ ਜਾਂ ਬਿਰਤੀ ਨੂੰ ਬਾਂਹ ਨੂੰ ਫੜ ਕਰਕੇ ਸੰਸਾਰ ਸਮੁੰਦਰ ਤੋਂ ਮਹਾਰਾਜ ਨੇ ਕੱਢ ਲੈਣਾ ਕੀਤਾ। ਕਾਢੀ ਨਰਕ ਤੇ ਧੂ ਕੇ ਵਿਕਾਰਾਂ ਦੇ ਨਰਕਾਂ 'ਚੋਂ, ਮਾਤਾ ਦੇ ਗਰਭ ਦੇ ਨਰਕਾਂ 'ਚੋਂ ਤੇ ਪ੍ਰਤੱਖ ਨਰਕਾਂ ਦੇ ਵਿੱਚ ਪੈਣ ਤੋਂ ਕੇਸ ਰਖਾ ਕੇ ਅੰਮ੍ਰਿਤ ਛਕਾ ਕੇ ਰਹਿਤ ਪ੍ਰਪੱਕ ਕਰਾ ਕੇ ਕੱਢ ਲੈਣਾ ਕੀਤਾ ਹੈ। ਕੀਨਾ ਆਪਣਿਆ। ਔਰ ਸਾਨੂੰ ਆਪਣਾ ਬਣਾ ਲੈਣਾ ਕੀਤਾ ਹੈ। ਆਪਣਾ
ਜਿਹਨੂੰ ਬਣਾ ਲੈਂਦਾ ਆਪਣਾ ਗੁਰੂ ਧਿਆਏ, ਮਿਲ ਕੁਸਲ ਸੇਤੀ ਘਰ ਆਏ। ਸਿਮਰ ਸਿਮਰ ਮਨ ਤਨ ਸੁਖੀ। ਪਰਮੇਸ਼ਰ ਨੂੰ ਮਨ ਹਿਰਦੇ ਤੇ ਤਨ ਸਰੀਰ ਦੁਆਰਾ ਯਾਦ ਕਰ ਕਰਕੇ ਸੁਖ ਦੇ ਸਹਿਤ ਨਾਨਕ ਨਿਰਭਇਆ। ਅਤੇ ਡਰ ਤੋਂ ਰਹਿਤ ਹੋ ਗਏ ਹਾਂ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਸੋ ਸੁਖ ਵੀ ਤੇ ਨਿਰਭੈਤਾ ਦਾ ਦਾਨ ਵੀ ਮਹਾਰਾਜ ਦੇ ਸਿਮਰਨ ਤੋਂ, ਬਾਣੀ ਪੜ੍ਹਨ ਤੋਂ ਪ੍ਰਾਪਤ ਹੁੰਦਾ ਹੈ। ਇੱਥੇ ਸਮਾਪਤੀ ਹੈ ਜੀ। ਆਓ ਗੁਰੂ ਚਰਨਾਂ 'ਚ ਅਰਦਾਸ ਕਰੀਏ ਕਿ ਮਹਾਰਾਜ ਸਾਨੂੰ ਨਾਮਦਾਨ ਇਸ਼ਨਾਨ ਦੀ ਦਾਤ ਬਖਸ਼ਿਸ਼ ਕਰਨ ਜੀ, ਭੁੱਲ ਚੋਂ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਬਾਹ ਪਕੜ ਪ੍ਰਭ ਕਾਢਿਆ, ਕੀਨਾ ਅਪਨਇਆ। ਸਿਮਰ ਸਿਮਰ ਮਨ ਤਨ ਸੁਖੀ, ਨਾਨਕ ਨਿਰਭਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।